ਭ੍ਰਿਸ਼ਟਾਚਾਰ ਦੀ ਐਸੀ ਬਿਮਾਰੀ ਚੱਲੀ ਹੈ ਕਿ ਸਿਹਤ ਮੰਤਰੀ ਵੀ ਰੋਗੀ ਹੋ ਗਏ। ਇਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਤੇ ਇਹ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਆਮ ਆਦਮੀ ਪਾਰਟੀ ਸਰਕਾਰ ਵਿੱਚ ਸਨ, ਹੁਣ ਸਾਬਕਾ ਹੋ ਕੇ ਹੈ। ਇਹਨਾਂ ਦੀ ਸਿਹਤ ਹੈ ਜਿਹੜੀ ਉਹ ਹੁਣ ਸਿਆਸਤ ਪੁੱਛਦੀ ਪਈ ਹੈ, ਤੁਹਾਡੀ ਸਿਹਤ ਦਾ ਹਾਲ ਚਾਲ ਕੀ ਹੈਗਾ। ਬਹੁਤ ਸਾਰੇ ਸਵਾਲ ਪੁੱਛੇ ਜਾ ਰਹੇ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਕਮਿਸ਼ਨ ਕਾਂਡ ਦਾ ਜ਼ਿਕਰ ਕੀਤਾ ਗਿਆ। ਆ FIR ਹੈ, ਇਹ FIR ਹੈ। ਇਹਨਾਂ ਪੰਨਿਆਂ ਵਿੱਚ ਬਹੁਤ ਕੁਝ ਦਰਜ ਹੋਣਾ, बड़ा लंबा चौड़ा चिट्ठा लिखा गया है। बहुत कुछ होर भी चीज़ां दर्ज होणगियां। किन्ने शिकायत की है, किन्ने केस दर्ज होया, रजिंदर सिंह कौन है, सारे सवाल इहदे विच आ गए है ते असीं कोई पुछांगे कमीशन कांड ते कार्रवाई दा असर की। उस मंत्री के खिलाफ सख्त एक्शन ले रहे हैं, उन मंत्रिमंडल चों बर्खास्त कर रहे हैं ते तुरंत पुलिस नूं उहदे खिलाफ केस दर्ज करन दे निर्देश दे। उस मंत्री का नाम है डॉक्टर विजय सिंगला। भगवंत मान हरा ने की किया इस पूरी कार्रवाई ते अरविंद केजरीवाल की कह रहे, पहला सुन लीजिए। मैं उस मंत्री के खिलाफ सख्त एक्शन ले रहे हैं, उन मंत्रिमंडल चों बर्खास्त कर रहे हैं ते तुरंत पुलिस नूं उहदे खिलाफ केस दर्ज करन दे निर्देश दे रहे हैं। उस मंत्री का नाम है डॉक्टर विजय सिंगला, जिहड़े कि सेहत मंत्री सी ते उन्हां ने अपने डिपार्टमेंट दे विच इह घपलेबाजियां कीतियां ते उन्हां ने इह गुनाह कबूल भी कीता। मैं तुहानूं सारिਆਂ ਨੂੰ ਦੱਸਣਾ ਚਾਹੁੰਦਾ कि आम आदमी पार्टी सरकार जीरो टॉलरेंस रखूगी भ्रष्टाचार के खिलाफ। 2015 में जब दिल्ली में हमारी सरकार बनी थी तब मैंने भी अपने फूड मिनिस्टर के खिलाफ ऐसे ही एक्शन लिया था। उसके भ्रष्टाचार के सबूत मेरे पास आए थे, तब भी किसी को नहीं पता था। मैंने खुद ब खुद उसके खिलाफ एक्शन लिया था। आम आदमी पार्टी कट्टर ईमानदार पार्टी है। कट्टर ईमानदार मतलब अगर हमारा अपना भी कोई चोरी करेगा उसे छोड़ेंगे नहीं, उसे बख्शेंगे नहीं। अभी तक देखा गया कि सारी पार्टियों में आपस में सेटिंग होती थी। अपनों को पकड़ना तो दूर, ये एक दूसरे के नेताओं के खिलाफ भी एक्शन नहीं करते थे। पहली बार ऐसा हो रहा है कि कोई पार्टी अपने खुद के लोगों के भ्रष्टाचार के खिलाफ भी एक्शन ले रही है। ये सब कुछ कमरा नंबर 203 च होया ते वड्डा सवाल असीं ये पुछने कमीशन कांड च कैबिनेट मंत्री ते एक्शन लैके भगवंत मान ने भविख लई किहड़ा राह दिखाया। इस सवाल ते बहस होगी। पैनल साडे नाल तुहाडा तारफ कराउणे ते उस तो बाद डिबेट शुरू करांगे। डॉक्टर पहला गर्ग साबका रजिस्ट्रार ने बाफरी यूनिवर्सिटी ऑफ हैल्थ साइंसिस ते डॉक्टर पहला गर्ग इन्हां सारियां सरगर्मियां नूं बहुत बरीकी नाल देखदे आए आ ते इह लगातार सेहत महकमे विच ਹੁੰਦੇ ਘੁਟਾਲਿਆਂ ਤੇ ਸਵਾਲ ਉਠਾਉਂਦੇ ਆਏ ਆ। ਇਹਨਾਂ ਨੇ ਕਈ ਕੇਸ ਵੀ ਲੜੇ ਇਹਨਾਂ ਮਹਿਕਮਿਆਂ 'ਚ ਰਹਿ ਕੇ ਤੇ ਖੁਦ ਇਹਨਾਂ ਨੂੰ ਸਭ ਕੁਝ ਪਤਾ ਹੈਗਾ ਕਿ ਇਮਾਨਦਾਰੀ ਹੁੰਦੀ ਕੀ ਹੈ, 1% ਦਾ ਮਤਲਬ ਹੁੰਦਾ ਕੀ ਹੈ। ਡਾਕਟਰ ਪਹਿਲਾ ਗਰਗ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣਗੇ। ਡਾਕਟਰ ਪਹਿਲਾ ਗਰਗ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ। ਰਮਨ ਚਾਂਦੀ ਆਮ ਆਦਮੀ ਪਾਰਟੀ ਸਪੋਕਸਪਰਸਨ। ਰਮਨ ਚਾਂਦੀ ਹਰਾਂ ਦੀ ਪਾਰਟੀ ਨੇ ਜਿਹੜਾ ਐਕਸ਼ਨ ਲਿਆ ਉਹਦਾ ਸਵਾਗਤ ਵੀ ਕੀਤਾ ਜਾ ਰਿਹਾ, ਪਰ ਸਿਆਸਤ ਹੈ ਕਹਿੰਦੇ ਅੱਧਾ ਅਧੂਰਾ ਸਵਾਗਤ ਕਰਦੀ ਹੈ, ਪਤਾ ਨਹੀਂ ਅੱਧਾ ਅਧੂਰਾ ਕਿਉਂ ਕਰਦੀ ਪਈ। ਰਮਨ ਚਾਂਦੀ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਉਹ ਵੀ ਸਾਡੇ ਨਾਲ ਹੋਣਗੇ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਕਰਨਲ ਜੈਵੰਤ ਸਿੰਘ ਭਾਰਤੀ ਜਨਤਾ ਪਾਰਟੀ ਬੁਲਾਰੇ ਆ ਤੇ ਇਹਨਾਂ ਨੂੰ ਇਸ ਕਰਕੇ ਸੱਦਿਆ ਗਿਆ BJP ਨੂੰ ਕਿਉਂਕਿ ਮੋਸਟਲੀ ਜਿਹੜਾ ਅਕਾਲੀ BJP ਸਰਕਾਰ ਰਹੀ ਹੈ, ਸਿਹਤ ਮੰਤਰਾਲਾ ਉਹ BJP ਦੇ ਹਿੱਸੇ ਰਿਹਾ। ਕਰਨਲ ਜੈਵੰਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ। ਸਭ ਤੋਂ ਪਹਿਲਾ ਸਵਾਲ ਰਮਨ ਚਾਂਦੀ ਤੁਹਾਨੂੰ। ਰਮਨ ਚਾਂਦੀ ਇਹ ਬਹੁਤ ਵੱਡਾ ਐਕਸ਼ਨ ਲਿਆ ਤੁਹਾਡੀ ਸਰਕਾਰ ਨੇ। ਰਮਨ ਚਾਂਦੀ ਇਸ ਪੂਰੇ ਮਾਮਲੇ ਤੇ ਸਿਆਸਤ ਜਿਹੜੇ ਸਵਾਲ ਚੁੱਕਦੀ ਪਈ ਹੈ ਉਹ ਤੁਹਾਡੇ ਕ੍ਰੈਡਿਟ ਨੂੰ ਘਟਾਉਣਾ ਚਾਹ ਰਹੀ ਹੈ। ਰਮਨ ਚਾਂਦੀ ਦੇਖੋ KP ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਾਂਗਾ ਕਿ ਸਾਡੀ ਜਿਹੜੀ ਪਾਰਟੀ ਹੈ ਕੱਟੜ ਇੱਕ ਇਮਾਨਦਾਰ ਪਾਰਟੀ ਹੈ। ਪਹਿਲਾਂ ਤੋਂ ਹੀ ਕੇਜਰੀਵਾਲ ਸਾਹਿਬ ਜੀ ਨੇ, ਸਾਡੇ ਮਾਣਯੋਗ ਕੌਮੀ ਕਨਵੀਨਰ ਨੇ ਜਿਹੜੇ, ਉਹਨਾਂ ਨੇ ਦਰਸਾ ਦਿੱਤਾ ਸੀਗਾ ਕਿ ਦਿੱਲੀ ਦੇ ਵਿੱਚ 2015 ਚ ਇੱਕ ਮੰਤਰੀ ਤੇ ਕਾਰਵਾਈ ਕੀਤੀ ਸੀ। ਉਹ ਵੀ WhatsApp ਦੀ ਕੰਪਲੇਂਟ ਤੋਂ ਬਾਅਦ ਉਸ ਨੂੰ ਵੈਰੀਫਾਈ ਕੀਤਾ ਗਿਆ, ਉਸ ਤੋਂ ਬਾਅਦ ਉਹਦੇ ਤੇ ਕਾਰਵਾਈ ਅਮਲ ਚ ਲਿਆਂਦੀ ਗਈ। ਦੂਸਰੀ ਗੱਲ, ਅੱਜ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਇਹ ਸਭ ਨੂੰ ਦਿਖਾ ਦਿੱਤਾ ਕਿ ਜਿਹੜਾ ਇਹ ਫੈਸਲਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਮਿਸਾਲ ਪੇਸ਼ ਕਰੇਗਾ। ਸੋ ਅੱਜ ਸਿਹਤ ਮੰਤਰੀ ਤੇ ਉੱਤੇ ਕਾਰਵਾਈ ਕਰਨਾ ਪੰਜਾਬ ਦੇ ਹਿੱਤ ਚ। ਔਰ ਦੂਸਰੀ ਗੱਲ ਕਿ ਸਾਡੀ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਬਿਲਕੁਲ ਵੀ ਟੋਲਰੇਟ ਨਹੀਂ ਕਰਨਗੇ ਕਿ ਭ੍ਰਿਸ਼ਟਾਚਾਰ 1% ਪਾਰਟੀ ਦੇ ਅੰਦਰ ਹੋਵੇ ਜਾਂ
ਪੰਜਾਬ ਦੀ ਸਰਕਾਰ ਦੇ ਅੰਦਰ ਹੋਵੇ। ਹੂੰ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਔਰ ਸਿੱਧਾ ਸੰਦੇਸ਼ ਦਿੱਤਾ ਮਾਨ ਸਾਹਿਬ ਨੇ, ਚਾਹੇ ਉਹ ਸਾਡੇ ਮਾਣਯੋਗ ਵਿਧਾਇਕ ਹੋਣ, ਚਾਹੇ ਸਾਡੇ ਉਹ ਮਾਣਯੋਗ ਮੰਤਰੀ ਸਹਿਬਾਨ ਹੋਣ, ਚਾਹੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਹੋਣ। ਸੋ ਸਭ ਨੂੰ ਇਹ ਤਾੜਨਾ ਹੈ ਕਿ ਜੇਕਰ ਕੋਈ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਪਾਇਆ ਗਿਆ ਤਾਂ ਉਹਦਾ ਹਸ਼ਰ ਵੀ ਇਹੀ ਹੋਏਗਾ। ਚਲੋ ਡਾਕਟਰ ਪਹਿਲਾ ਗਰਗ ਮੈਂ ਇਹਨਾਂ ਤੋਂ ਸਵਾਲ ਕੀਤਾ ਸੀਗਾ, ਜਿਹੜੀ ਇਹਨਾਂ ਦੀ ਵਿਰੋਧੀ ਧਿਰਾਂ ਵਾਲੀ ਸਿਆਸਤ ਹੈਗੀ ਆ ਉਹ ਅੱਧਾ ਅਧੂਰਾ ਸਵਾਗਤ ਕਰਦੀ ਪਈ ਹੈ। ਡਾਕਟਰ ਪਹਿਲਾ ਗਰਗ, ਤੁਸੀਂ ਤਾਂ ਇਹਨਾਂ ਮਹਿਕਮੇ 'ਚ ਰਹੇ ਹੋ, ਤੁਸੀਂ ਬਖੂਬੀ ਜਾਣਦੇ ਹੋ ਕਿ ਸਾਡਾ ਸਿਸਟਮ ਕਿਸ ਤਰੀਕੇ ਕੰਮ ਕਰਦਾ ਹੈ। ਡਾਕਟਰ ਗਰਗ, ਇਹਨਾਂ ਨੂੰ ਵਧਾਈਆਂ ਦਈਏ ਆਮ ਆਦਮੀ ਪਾਰਟੀ ਸਰਕਾਰ ਨੂੰ? ਇਸ ਇਸ਼ੂ ਤੇ ਤਾਂ ਵਧਾਈ ਦੇਣੀ ਚਾਹੀਦੀ ਹੈ, ਪਰ ਜਿਹੜਾ ਬੰਦੇ ਨੇ ਸ਼ਿਕਾਇਤ ਕਰੀ ਹੈ, ਜਿਹੜੇ ਸਿਸਟਮ ਚੋਂ ਕਰੀ ਹੈ, ਉਹ ਮਹਿਕਮੇ ਦਾ ਹੀ ਹੈ। ਹੈਲਥ ਸਿਸਟਮ ਕਾਰਪੋਰੇਸ਼ਨ ਜਿਹੜਾ ਮਰਿਆ ਸੱਪ ਹੈ, ਗਲ ਪਾਇਆ ਹੋਇਆ ਹੈ, ਸਾਰੀ ਪਰਚੇਜ਼ ਉਹ ਕਰਦਾ ਹੈ, ਸਾਰੇ ਇਕਵਿਪਮੈਂਟ ਉਹ ਖਰੀਦਦਾ ਹੈ, ਸਾਰੀਆਂ ਬਿਲਡਿੰਗਾਂ ਘਟੀਆ ਬਣਾਈਆਂ ਨੇ, ਮਹਿੰਗੀਆਂ ਬਣਾਈਆਂ ਨੇ, ਕਈ ਇਨਕੁਆਰੀਆਂ ਹੋ ਚੁੱਕੀਆਂ। ਆ ਨਵਾਂ 100 ਬੈੱਡ ਦਾ ਹਸਪਤਾਲ ਬਣਿਆ ਮੈਟਰਨਿਟੀ MCH ਸੈਂਟਰ ਮੁਹਾਲੀ ਦੇ ਵਿੱਚ, ਉਹਨੇ ਜਾ ਕੇ ਦੇਖਣਾ ਵੀ ਘੰਟੇ ਟੁੱਟਿਆ। ਕਿੱਡੇ ਕਿੱਡੇ ਚੌੜੇ ਨਰਸਿੰਗ ਸਟੇਸ਼ਨ ਬਣਾ ਰੱਖੇ ਨੇ, ਕਿਉਂਕਿ ਉੱਥੇ ਕੋਈ ਤਖਤਾਬਾਰੀ ਲਾਉਣੀ ਨਹੀਂ ਪੈਂਦੀ, ਪੈਸਾ ਤਾਂ ਉਸੇ ਸਕੁਅਰ ਫੁੱਟ ਦੇ ਹਿਸਾਬ ਨਾਲ ਮਿਲ ਜਾਣਾ। ਦਵਾਈਆਂ ਦੀ ਪਰਚੇਜ਼ 'ਚ ਉਹ ਵੀ ਹੈਲਥ ਸਿਸਟਮ ਕਾਰਪੋਰੇਸ਼ਨ ਕਰਦੀ ਹੈ, ਔਰ ਜਿਹੜੇ ਬੰਦੇ ਕਰਦੇ ਰਹੇ ਨੇ ਉਹੀ ਇਹਨਾਂ ਦੇ ਅੱਜ ਮੈਡੀਕਲ ਐਜੂਕੇਸ਼ਨ 178 ਪੋਸਟਾਂ ਐਡਵਰਟਾਈਜ਼ ਕਰੀਆਂ ਨੇ, ਉਹ ਸੌਦੇਬਾਜ਼ੀ ਹੋਏਗੀ। ਕਿਉਂਕਿ ਜਿਹਨੇ ਪ੍ਰਮੋਸ਼ਨ ਦੀਆਂ ਨੇ ਉਹ ਸਿੱਧੇ ਕੋਟੇ 'ਚ ਐਡਵਰਟਾਈਜ਼ ਕਰੀਆਂ ਨੇ, ਤੇ ਉਹ ਸਿੱਧੇ ਕੋਟੇ ਦੇ ਵਿੱਚ ਉਹ ਬੰਦੇ ਜਿਹੜੇ ਪੰਜਾਬ ਤੋਂ ਬਾਹਰਲੇ ਨੇ, ਜਿਹੜੇ ਗੈਰ ਹਾਜ਼ਰ ਰਹਿੰਦੇ ਨੇ ਪ੍ਰਾਈਵੇਟ ਕਾਲਜਾਂ 'ਚ, ਉੱਥੋਂ ਤਜਰਬਾ ਲੈ ਕੇ ਆ ਜਾਂਦੇ ਨੇ, ਪਰ ਕਰਦੇ ਆਪਦੀ ਪ੍ਰੈਕਟਿਸ ਨੇ, ਉਹ ਆਉਣਗੇ ਔਰ ਪੈਸੇ ਦੇ ਕੇ ਆਉਣਗੇ, ਕਿਉਂਕਿ ਉਹ ਆ ਕੇ ਵੀ ਉਹੀ ਕੁਝ ਕਰਨਗੇ। ਪੜ੍ਹਾਇਆ ਉਹਨਾਂ ਨੇ ਕਦੀ ਨਹੀਂ ਹੈਗਾ, ਡਿਗਰੀਆਂ ਉਹਨਾਂ ਕੋਲ ਹੋਣਗੀਆਂ। ਇਹ ਹੋਏਗਾ ਕਿਉਂਕਿ ਫਟਾਫਟ ਕੈਬਨਿਟ 'ਚੋਂ ਪਾਸ ਕਰਾਇਆ ਗਿਆ 178, ਸਾਰੀ ਪ੍ਰਮੋਸ਼ਨ ਰੁਕੇਗੀ, ਸਾਰੇ ਕਾਲਜ ਪੱਠਾ ਬੈਠਣਗੇ। ਸੋ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਇਹ ਸਾਰਾ ਕੁਝ ਗਲਬਾ ਪਾਇਆ ਹੋਇਆ ਆਪਦਾ ਕਿ ਦਵਾਈਆਂ ਵੀ ਅਸੀਂ ਪਰਚੇਜ਼ ਕਰਾਂਗੇ, ਬਿਲਡਿੰਗਾਂ ਵੀ ਅਸੀਂ ਬਣਾਵਾਂਗੇ, ਇਕਵਿਪਮੈਂਟ ਵੀ ਅਸੀਂ ਦੇਵਾਂਗੇ, ਤੇ ਉਹਦੇ ਵਿੱਚ ਕਮਿਸ਼ਨ ਜਿਹੜਾ ਸਵਾਲ ਹੈ ਇੰਜੀਨੀਅਰਿੰਗ ਦੇ ਵਿੱਚ, ਇੰਨੇ 'ਚ ਸਭ ਨੂੰ ਪਤਾ ਵੀ ਕਮਿਸ਼ਨ ਚੱਲਦਾ, ਕੌਣ ਕਹਿੰਦਾ ਨਹੀਂ ਚੱਲਦਾ। ਸੋ ਇਸ ਕਰਕੇ ਇਹ ਵਧੀਆ ਕਰਿਆ ਕਿ ਇਹ ਮੰਤਰੀ ਨੂੰ ਫੜਿਆ ਗਿਆ, ਕਿਉਂਕਿ ਉਸਲਾ ਕਾਂ ਮਾਰ ਕੇ ਟੰਗਣਾ ਜ਼ਰੂਰੀ ਹੁੰਦਾ। ਕਿਸੇ ਕਾਂ ਨੂੰ ਮਾਰ ਕੇ ਇੱਕ ਵਾਰੀ ਟੰਗੋ ਨਾ, ਫਿਰ ਬਾਕੀ ਉਹਨੂੰ ਕੰਨ ਹੋ ਜਾਂਦੇ ਨੇ। ਪਰ ਜੇ ਅਸੀਂ ਆਖੀਏ ਵੀ ਜਿਹੜੇ ਬੰਦੇ ਨੇ ਸ਼ਿਕਾਇਤ ਕਰੀ ਉਹ ਇਮਾਨਦਾਰ ਹੋ ਸਕਦਾ, ਕਿਉਂਕਿ ਹਰ ਮਹਿਕਮੇ 'ਚ ਇਮਾਨਦਾਰ ਬੰਦੇ ਹੈਗੇ ਨੇ ਔਰ ਬੜੇ ਪੱਕੇ ਇਮਾਨਦਾਰ ਹੈਗੇ ਨੇ। ਪਰ ਜੇ ਅਸੀਂ ਆਖੀਏ ਵੀ ਇੰਜੀਨੀਅਰ ਸਾਰੇ ਉਹ ਹੈਲਥ ਸਿਸਟਮ ਕਾਰਪੋਰੇਸ਼ਨ 'ਚ ਉਹਨਾਂ ਨੇ ਕਦੇ ਪੈਸਾ ਨਹੀਂ ਲਿਆ, ਉਹਨਾਂ ਨੇ ਮਾੜੀਆਂ ਬਿਲਡਿੰਗਾਂ ਨਹੀਂ ਬਣਾਈਆਂ। ਉਹ ਤਾਂ ਮੁੱਖ ਮੰਤਰੀ ਸੀਗੇ ਬਾਦਲ ਸਾਹਿਬ, ਉਹਨਾਂ ਦੇ ਪਿੰਡ 'ਚ ਹਸਪਤਾਲ ਬਣਿਆ ਸੀ, ਮੈਨੂੰ ਭੇਜਿਆ ਗਿਆ ਉੱਥੇ ਨਰਸਿੰਗ ਸਕੂਲ ਕਾਲਜ ਖੋਲ੍ਹਣਾ ਸੀ, ਉੱਥੇ ਮੈਂ ਹਾਲ ਦੇਖਿਆ ਉਹ ਹਸਪਤਾਲ ਦਾ ਕੀ ਸੀ, ਨਵੇਂ ਬਣੇ ਦਾ। ਸੋ ਇਸ ਕਰਕੇ ਆਪਾਂ ਭੁਲੇਖਾ ਕੱਢ ਦਈਏ ਵੀ ਇਹ ਜਿਹੜਾ ਹੈ, ਇਹ ਜਿੰਨਾ ਚਿਰ ਇਹ ਹੈਲਥ ਸਿਸਟਮ ਕਾਰਪੋਰੇਸ਼ਨ ਵਰਗੇ ਫਾਲਤੂ ਅਦਾਰੇ ਖੜੇ ਕਰੇ ਹੋਏ ਨੇ, ਜਿਨ੍ਹਾਂ ਦੇ ਵਿੱਚ ਇੱਕ ਪਾਸਿਓਂ ਨਹੀਂ ਦੂਜੇ ਪਾਸਿਓਂ ਭ੍ਰਿਸ਼ਟਾਚਾਰ ਹੁੰਦਾ ਹੈ, ਤੇ ਉਹ ਭ੍ਰਿਸ਼ਟਾਚਾਰ ਰੋਕਣ ਵਾਸਤੇ ਇਹ ਸੰਦੇਸ਼ ਤਾਂ ਬਹੁਤ ਵਧੀਆ ਹੈ, ਪਰ ਇਹਨੂੰ ਅੱਗੇ ਵਧਾਉਣਾ ਪਏਗਾ। ਠੀਕ ਹੈ, ਚਲੋ ਮੈਂ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਬਾਕੀ ਮੈਂ ਉਹਨਾਂ ਕੋਲ ਵੀ ਜਾਣਾ ਹੈਗਾ। ਮੁੱਖ ਮੰਤਰੀ ਨੇ ਜਿਹੜਾ ਇਹ ਕਾਰਵਾਈ ਕੀਤੀ ਹੈ, ਸਟਿੰਗ ਆਪਰੇਸ਼ਨ ਕੀਤਾ ਹੈਗਾ, ਉਹਦਾ ਪੂਰਾ ਸੱਚ ਕੀ ਹੈਗਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਮਰਾ ਨੰਬਰ 203 ਦੀ ਪੂਰੀ ਕਹਾਣੀ ਕੀ ਹੈ ਇਸ FIR ਵਿੱਚ ਦਰਜ ਹੈਗੀ ਹੈ। ਜੇ ਮੈਂ ਪੂਰੀ ਕਹਾਣੀ ਸੁਣਨ ਲੱਗ ਜਾਊਂਗਾ ਤੇ ਫਿਰ ਇਹ ਡਿਬੇਟ ਸਮਾਪਤ ਹੋ ਜਾਊਗੀ, ਕਿਉਂਕਿ ਇਸ ਕਾਰਵਾਈ ਦਾ ਅਸਰ ਕੀ ਹੈ, ਸਾਡਾ ਸਵਾਲ ਇਹੀ ਹੈ। ਵਾਪਸ ਆ ਰਿਹਾ ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਹੇ ਹਾਂ, ਉਹਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰ ਰਹੇ ਹਾਂ ਤੇ ਤੁਰੰਤ ਪੁਲਿਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇ। ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਗਲਾ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛਦੇ ਹਾਂ, ਕਮਿਸ਼ਨਰ ਕਾਂਡ 'ਚ ਕੈਬਨਿਟ ਮੰਤਰੀ ਦੇ ਐਕਸ਼ਨ ਲੈ ਕੇ ਭਗਵੰਤ ਮਾਨ ਨੇ ਭਵਿੱਖ ਲਈ ਕਿਹੜਾ ਰਾਹ ਦਿਖਾਇਆ? ਮਹਿਮਾਨ ਸਾਡੇ ਨਾਲ ਮੌਜੂਦ ਹੈਗੇ ਆ, ਕਾਂਗਰਸ ਦੇ SP ਖਡਿਆਲ ਵੀ ਸਾਡੇ ਨਾਲ ਨੇ। ਖਡਿਆਲ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ। ਖਡਿਆਲ ਸਾਹਿਬ, ਪਹਿਲਾ ਸਵਾਲ ਇਹ ਹੈ, ਤੁਸੀਂ ਕੰਜੂਸੀ ਕਿਉਂ ਕਰਦੇ ਪਏ ਹੋ? ਸਵਾਗਤ ਕਰੋ ਨਾ ਖੁੱਲ੍ਹ ਕੇ, ਤੁਹਾਨੂੰ ਤਾੜੀਆਂ ਮਾਰਨੀਆਂ ਚਾਹੀਦੀਆਂ। ਐਕਸ਼ਨ ਲਿਆ ਮੁੱਖ ਮੰਤਰੀ ਨੇ। ਕਿਸ ਗੱਲ ਦੀ ਤਾੜੀ? KPG ਕਰਪਸ਼ਨ ਦੀ? ਵੀ ਇਹਨਾਂ ਦੇ ਹੈਲਥ ਮਿਨਿਸਟਰ ਕਰਪਸ਼ਨ ਕਰਦੇ ਹੋਏ ਫੜੇ ਗਏ ਤੇ 10 ਦਿਨ ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਸੈਂਸਿਟਿਵ ਇਨਫੋਰਮੇਸ਼ਨ ਨੂੰ ਡਿਸਕ੍ਰੀਟ ਤੇ ਸੀਕ੍ਰੇਟ ਰੱਖਿਆ। ਇਹਨਾਂ ਨੂੰ ਇਹਦੀ ਵਧਾਈ ਦੇਣੀ ਚਾਹੀਦੀ ਹੈ। KPG ਇਹ ਚੈਸਟ ਥੰਪਿੰਗ ਕਰ ਰਹੇ, ਇਹਨਾਂ ਨੂੰ ਚੈਸਟ ਥੰਪਿੰਗ ਨਹੀਂ, ਇੰਟਰੋਸਪੈਕਸ਼ਨ ਕਰਨ ਦੀ ਜ਼ਰੂਰਤ ਹੈ। ਚੱਡਾ ਸਾਹਿਬ ਕਹਿੰਦੇ ਦੇਖੋ ਅਸੀਂ ਕਮੈਂਡੇਬਲ ਐਕਟ ਕੀਤਾ, ਕਮੈਂਡੇਬਲ ਨਹੀਂ ਕੰਡੈਮਨੇਬਲ ਐਕਟ ਕੀਤਾ ਤੁਸੀਂ। ਤੁਹਾਡੇ ਮਿਨਿਸਟਰ ਸਾਹਿਬ ਤੁਸੀਂ ਤਾਂ ਬੜਾ ਕਹਿੰਦੇ ਸੀ ਸਾਡਾ ਸਿਲੈਕਸ਼ਨ ਕ੍ਰਾਈਟੇਰੀਆ ਬੜਾ ਅੱਛਾ ਹੈ, ਸਾਡੇ ਲੀਡਰਸ ਬੜੇ ਸਾਫ਼ ਸੁਥਰੇ ਐ, ਇਸ ਤਾਂ ਕਰਪਸ਼ਨ ਕਰਦੇ ਨਹੀਂ, ਇਸ ਤਾਂ ਖਤਮ ਕਰ ਦਾਂਗੇ। ਤੇ ਤੁਹਾਡਾ ਪਹਿਲਾਂ ਦਾ 2.5 ਮਹੀਨਿਆਂ ਦੇ ਵਿੱਚ ਇੱਕ MLA ਕਨਵਿਕਟ ਹੋ ਜਾਂਦਾ, 3 ਸਾਲ ਦੀ ਸਜ਼ਾ ਮਿਲਦੀ ਹੈ, ਹਾਲ ਹੀ ਦੀ ਗੱਲ ਹੈ। ਫਿਰ ਉਹ ਤੋਂ ਬਾਅਦ ਤੁਹਾਡੇ ਮਿਨਿਸਟਰ ਸਾਹਿਬ ਰੰਗੇ ਹੱਥ ਕਰਪਸ਼ਨ ਕਰਦੇ ਖੜਿਆਲ ਸਾਹਿਬ ਤੁਸੀਂ ਆਪਣੀ ਗੱਲ ਰੱਖ ਲਿਓ, ਕੋਈ ਦਿੱਕਤ ਨਹੀਂ ਮੈਨੂੰ। ਖੜਿਆਲ ਸਾਹਿਬ ਮੈਨੂੰ ਤੁਸੀਂ ਦੱਸੋ
ਕਾਂਗਰਸ ਨੇ ਹਿਸਟਰੀ ਵਿੱਚ ਇਸ ਇਹੋ ਜਿਹਾ ਕੋਈ ਐਕਸ਼ਨ ਲਿਆ? ਟੂ ਰੋਂਗਸ ਡੋਨਟ ਮੇਕ ਅ ਰਾਈਟ। ਦੂਜੀ ਗੱਲ ਕੋਈ ਐਕਸ਼ਨ ਨਹੀਂ ਲਿਆ ਇਹੋ ਜਿਹਾ? ਜਿਹੜੀ ਐਫਆਈਆਰ ਹੈ, ਤੁਸੀਂ ਯਾਦ ਕਰੋ ਨਾ, ਕੋਈ ਪੁਰਾਣਾ ਵੇਲਾ ਯਾਦ ਕਰ ਲਓ, ਮੈਨੂੰ ਤਾਂ ਯਾਦ ਹੈ, ਤੁਸੀਂ ਸ਼ਾਇਦ ਭੁੱਲ ਗਏ ਹੋ। ਬੋਲੋ ਖੜਿਆਲ ਸਾਹਿਬ, ਬੋਲੋ। ਅਸੀਂ ਢਿੰਡੋਰਾ ਨਹੀਂ ਪਿੱਟਿਆ ਵੀ ਅਸੀਂ ਦੇਖੋ ਇਮਾਨਦਾਰੀ ਹੀ ਇਮਾਨਦਾਰੀ, ਸਾਡਾ ਕੱਲਾ ਕੱਲਾ ਲੀਡਰ ਬੜਾ ਇਮਾਨਦਾਰ ਹੈ ਜੀ, ਆਮ ਆਦਮੀ ਹੈ ਜੀ। ਇਹਨਾਂ ਨੇ ਢਿੰਡੋਰਾ ਪਿੱਟਿਆ ਤੇ ਦੇਅਰਫੋਰ ਉਹਦਾ ਖਾਮਿਆਜ਼ਾ ਪੰਜਾਬ ਨੂੰ ਹੁਣ ਭੁਗਤਣਾ ਪੈ ਰਿਹਾ ਹੈ। ਐਫਆਈਆਰ ਦੇਖੋ ਕੇਪੀਜੀ, ਉਹਦੇ ਵਿੱਚ 2 ਨਾਮ ਨੇ, ਇੱਕ ਤਾਂ ਸਿੰਗਲਾ ਸਾਹਿਬ ਦਾ, ਇੱਕ ਹੋਰ ਨਾਮ ਹੈ। ਲੇਕਿਨ ਕੀ ਸਿਰਫ 2 ਲੋਕ, ਜੇ ਇੱਕ ਮਿਨਿਸਟਰ ਕਰਪਸ਼ਨ ਕਰ ਰਿਹਾ ਹੈ ਤਾਂ ਉਹਦੇ ਵਿੱਚ ਇਟਸ ਐਨ ਅੰਡਰਸਟੂਡ ਫੈਕਟ ਅਲੈਜਡਲੀ ਕਿ देयर हैव टू बी मोर पीपल इन्वॉल्वड। ਚਲੋ ਠੀਕ ਤੁਹਾਡੇ ਸਵਾਲ 'ਚ ਦਮ ਹੈਗਾ ਖੜਿਆਲ ਸਾਹਿਬ, ਤੁਹਾਡੇ ਸਵਾਲ 'ਚ ਦਮ ਹੈਗਾ, ਹੋਰ ਲੋਕ ਵੀ ਹੋਣਗੇ। ਡਾਕਟਰ ਗਰਗ ਨੇ ਵੀ ਇਹ ਸਵਾਲ ਚੁੱਕਿਆ। ਹਾਂ ਬੋਲੋ ਫਟਾਫਟ। ਐਫਆਈਆਰ ਪਹਿਲਾਂ ਹੋਈ 11:38 AM, ਉਹ ਤੋਂ ਬਾਅਦ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ। ਇੱਥੇ ਡਿਸਕ੍ਰਿਪੈਂਸੀ ਦੇਖ ਰਹੇ ਹੋ। ਸੋ देयरफॉर ਮੈਂ ਇੱਕ ਹੋਰ ਗੱਲ ਦੱਸਦਾ, ਇਹਨਾਂ ਨੇ ਆਊਟ ਆਫ ਕੌਨਸ਼ੀਅੰਸ ਨਹੀਂ ਇਹ ਚੀਜ਼ ਡਿਕਲੇਅਰ ਕੀਤੀ ਵੀ ਸਾਡਾ ਮਿਨਿਸਟਰ ਜਿਹੜਾ ਕਰਪਸ਼ਨ ਕਰ ਰਿਹਾ ਸੀਗਾ, ਆਊਟ ਆਫ ਕੰਪਲਸ਼ਨ ਕੀਤੀ ਹੈ। ਬਿਕੋਜ਼ ਇਨਫੋਰਮੇਸ਼ਨ ਜਿਹੜੀ ਹੈ ਬਾਹਰ ਜਾਰੀ ਸੀਗੀ ਇਹ ਤੋਂ ਪਹਿਲਾਂ ਕਿ ਦੂਜੇ ਲੋਕ ਬੋਲਦੇ। ਇਹਨਾਂ ਨੇ ਕਿਹਾ ਆਪਦੀ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਦੇ, ਬਿਕੋਜ਼ ਇਮੇਜ ਕੌਨਸ਼ੀਅਸ ਹੈ ਨਾ। ਲੇਕਿਨ ਸੈਡ ਸਟੇਟ ਆਫ ਅਫੇਅਰਸ ਇਸ ਕਿ ਇਹਨਾਂ ਦਾ ਮਿਨਿਸਟਰ, ਇਹਨਾਂ ਦੇ ਐਮਐਲਏਜ਼ ਆਰ ਆਫ ਦਿਸ ਕਾਈਂਡ। ਇਹ ਟਿਪ ਆਫ ਦੀ ਆਈਸਬਰਗ ਹੈ, ਟਿਪ ਆਫ ਦੀ ਆਈਸਬਰਗ। ਹਾਊਸ ਆਫ ਕਾਰਡਸ ਹੁੰਦਾ ਨਾ, ਹਾਊਸ ਆਫ ਕਾਰਡਸ ਹੁੰਦਾ ਨਾ, ਪੱਤਿਆਂ ਦਾ ਘਰ ਬਣਿਆ ਹੁੰਦਾ ਹੈ। ਇੱਕ 2 ਪੱਤੇ ਦਾ ਡਿੱਗ ਗਏ, ਬਾਕੀ ਪੱਤੇ ਵੀ ਡਿੱਗਣਗੇ ਬਹੁਤ ਜਲਦੀ। ਚਲੋ ਠੀਕ। ਕਰਨਲ ਜੈਵੰਤ ਸਿੰਘ, ਬੀਜੇਪੀ ਵੈਲਕਮ ਕਰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਐਕਸ਼ਨ ਦਾ? ਨਹੀਂ ਕਰਦੇ ਜਾਂ ਦਾ ਦੂਰਾ ਕਰੂਗੀ? ਦੇਖੋ ਜੀ, ਪੱਕਾ ਵੈਲਕਮ ਕਰਦੇ ਆ ਆਪਾਂ, ਕਿਉਂਕਿ ਕੋਈ ਵੀ ਜਿਹੜੀ ਲੜਾਈ ਹੈਗੀ ਹੈ ਕਰਪਸ਼ਨ ਦੇ ਖਿਲਾਫ, ਉਹ ਹੋਣੀ ਚਾਹੀਦੀ ਹੈ। ਸਿਰਫ ਉਹ ਰੂਲਿੰਗ ਪਾਰਟੀ ਨੂੰ ਨਹੀਂ ਕਰਨੀ, ਸਾਰਿਆਂ ਨੂੰ ਉਹਦੇ ਵਿੱਚ ਜੁਆਇਨ ਕਰਨਾ ਚਾਹੀਦਾ ਹੈ, ਸਾਰੀਆਂ ਪਾਰਟੀਆਂ ਨੂੰ ਜੁਆਇਨ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਜਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਉਹਦੇ ਬਾਰੇ ਦੱਸਣਾ ਚਾਹੀਦਾ ਹੈ। ਇਹ ਸਭ ਦੀ ਰਿਸਪੌਂਸਿਬਿਲਿਟੀ ਹੈ। ਪਰ ਮੈਨੂੰ ਜਿਹੜਾ 2-3 ਚੀਜ਼ਾਂ ਇਹਦੇ ਵਿੱਚ ਮੈਨੂੰ ਬਹੁਤ ਡਿਸਟਰਬ ਕਰ ਰਹੀਆਂ ਨੇ। ਪਹਿਲੀ ਗੱਲ ਤੇ ਮੈਂ ਜੋ ਅਰਸ਼ਪ੍ਰੀਤ ਜੀ ਨੇ ਕਿਹਾ ਉਹਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼ਾਇਦ ਤੇ ਕੰਪਲਸ਼ਨ ਹੋਏ। ਤੇ ਦੂਸਰਾ, ਹੁਣ ਇਹਦਾ ਟ੍ਰੈਂਡ ਦੇਖੋ, ਸਾਈਕੋਲੋਜੀਕਲੀ ਇਹਦਾ ਟ੍ਰੈਂਡ ਦੇਖੋ ਕਿ ਪਹਿਲੇ ਕੇਜਰੀਵਾਲ ਜੀ ਦੀ ਉੱਥੇ ਸਰਕਾਰ ਦੇ ਵਿੱਚ ਵੀ ਇੱਕ ਮੰਤਰੀ ਨੂੰ ਫੜਿਆ ਗਿਆ, ਉਹ ਬਸ ਉਹਦੇ ਬਾਅਦ ਹੋਰ ਕੋਈ ਨਹੀਂ ਫੜਿਆ ਗਿਆ। ਉਹਦਾ ਖੂਬ ਸਾਰਾ ਮੀਡੀਆ ਦੇ ਵਿੱਚ ਗੱਲਬਾਤ ਹੋਈ, ਅਸੀਂ ਇੱਕ ਮੰਤਰੀ ਨੂੰ ਫੜ ਲਿਆ, ਅਸੀਂ ਕੱਟੜ ਇਮਾਨਦਾਰ ਹੈਗੇ ਆ। ਹੁਣ ਇੱਥੇ ਵੀ ਇੱਕ ਮੰਤਰੀ ਨੂੰ ਫੜ ਲਿਆ। ਸੋ ਇੱਕ ਪੈਟਰਨ ਨਹੀਂ ਬਣ ਰਿਹਾ? ਤੁਹਾਨੂੰ ਇਹ ਪੈਟਰਨ ਨਹੀਂ ਨਜ਼ਰ ਆ ਰਿਹਾ ਕਿ ਕਿਹੜੇ ਤਰੀਕੇ ਨਾਲ ਚੱਲਦਾ ਹੈ? ਦੂਸਰਾ, ਮੈਂ ਸਾਰੀ ਇਹਨਾਂ ਦੀ ਉਹ ਪੜ੍ਹ ਰਿਹਾ ਸੀਗਾ ਜੋ ਕਵਰ ਕੀਤਾ ਹੈ ਪੇਪਰਸ ਨੇ, ਉਹ ਸਾਰੀ ਜਿਹੜੀ ਕਵਰੇਜ ਹੈ ਈਵਨ ਇਨ ਦ ਬਿਗ ਪੇਪਰਸ, ਉਹ ਸਾਰੀ ਇੱਕੋ ਜੈਸੀ ਹੈਗੀ ਹੈ। ਕਿਸੇ ਨੇ ਉਹ ਨਿਊਜ਼ ਨੂੰ ਚੇਂਜ ਵੀ ਨਹੀਂ ਕੀਤਾ, ਕਿਸੇ ਨੇ ਉਹਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਦੇ ਚ ਭਗਵੰਤ ਮਾਨ ਜੀ ਨੇ ਕੀ ਕਿਹਾ, ਰਾਘਵ ਚੱਡਾ ਜੀ ਨੇ ਕੀ ਕਿਹਾ, ਇਹਨਾਂ ਦਾ ਹੀ ਬਣਾਇਆ ਹੋਇਆ ਪ੍ਰੈਸ ਰਿਲੀਜ਼ ਜਿਹੜਾ ਹੈ ਉਹ ਜਗ੍ਹਾ ਜਗ੍ਹਾ ਲੱਗ ਗਿਆ। ਕਿੱਦਾਂ ਲੱਗਿਆ ਇਹ ਮੈਨੂੰ ਐਜ਼ ਅ ਮੀਡੀਆ ਪਰਸਨ ਮੈਨੂੰ ਸਮਝ ਨਹੀਂ ਆ ਰਹੀ ਹੈ। ਤੇ ਤੀਸਰੀ ਗੱਲ ਹੈ, ਇਹਨੂੰ ਜਿਹੜਾ ਮੀਡੀਆ ਦੇ ਵਿੱਚ ਉਛਾਲਿਆ ਜਾ ਰਿਹਾ ਹੈ, ਜਦੋਂ ਤੁਸੀਂ ਅੱਛਾ ਕੰਮ ਕਰਦੇ ਹੋ, ਭਗਵੰਤ ਮਾਨ ਜੀ ਨੂੰ ਇੱਕ ਇੰਟਰਨਲ ਕਾਨਫਰੰਸ ਲੈ ਕੇ ਆਪਣੇ ਬਿਊਰੋਕ੍ਰੇਸੀ ਨੂੰ ਕਹਿਣਾ ਚਾਹੀਦਾ ਸੀਗਾ ਕਿ ਦੇਖੋ ਬਈ ਅਸੀਂ ਇਹ ਕਰ ਦਿੱਤਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਆਪਣੇ ਆਪ ਸਤਰਕ ਹੋ ਜਾਣਾ ਚਾਹੀਦਾ ਹੈ। ਉਹਨਾਂ ਨੇ ਇੱਕ ਵੀਡੀਓ ਬਣਾਇਆ, ਸਾਰੀ ਦੁਨੀਆ ਨੂੰ ਦਿਖਾਇਆ। ਉਹਦੇ ਬਾਅਦ ਕੇਜਰੀਵਾਲ ਜੀ ਕਹਿ ਰਹੇ ਨੇ ਮੇਰੀ ਆਂਖੋਂ ਮੇ ਤੋਂ ਆਂਸੂ ਆ ਗਏ। ਉਹਦੇ ਬਾਅਦ ਰਾਘਵ ਚੱਡਾ ਜੀ ਵੀ ਕੁਝ ਕਹੀ ਜਾ ਰਹੇ ਨੇ। ਇਹਨਾਂ ਨੇ ਤੇ ਇੱਕ ਛੋਟੇ ਜਿਹੇ ਕੰਮ ਦਾ ਮੀਡੀਆ ਸਰਕਸ ਬਣਾ ਕੇ ਰੱਖ ਦਿੱਤਾ, ਜਿਹਦੇ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚੋਂ ਬਰਾਊਨੀ ਪੁਆਇੰਟਸ ਲੈਣਾ ਚਾਹੁੰਦੇ ਨੇ। ਇਸ ਵੇਲੇ ਇਹਨਾਂ ਕੋਲ ਹੋਰ ਕੁਝ ਦੱਸਣ ਵਾਸਤੇ ਤੇ ਹੈ ਨਹੀਂ। ਜੈਵੰਤ ਜੀ ਫਿਰ ਸਿੱਧਾ ਹੀ ਆ ਜਾਓ ਨਾ, ਜੈਵੰਤ ਜੀ ਫਿਰ ਸਿੱਧਾ ਹੀ ਆ ਜਾਓ ਨਾ। ਤੁਹਾਨੂੰ ਲੱਗਦਾ ਬਰਾਊਨੀ ਪੁਆਇੰਟ ਇਹ ਬਣਾਉਣਾ ਚਾਹੁੰਦੇ ਆ? ਸਿੱਧਾ ਹੈ ਨਾ, ਗੁਜਰਾਤ ਤੇ ਹਿਮਾਚਲ ਇਹਨਾਂ ਦੀ ਨਜ਼ਰਾਂ ਤੇ ਆ ਤੇ ਤੁਹਾਨੂੰ ਡਰ ਉੱਥੋਂ ਲੱਗਦਾ ਪਿਆ? ਨਹੀਂ, ਸਾਨੂੰ ਇਹਨਾਂ ਕੋਲੋਂ ਕੀ ਡਰ ਲੱਗਣਾ ਹੈ ਕੇਪੀ ਸਿੰਘ ਜੀ? ਇਹ ਛੋਟੀ ਜਿਹੀ ਪਾਰਟੀ ਹੈਗੀ, ਇਹ ਸਾਡਾ ਕੀ ਗੁਜਰਾਤ ਹਿਮਾਚਲ ਚ ਵਿਗਾੜ ਸਕਦੇ ਨੇ? ਇਹ ਬਸ ਉੱਥੇ ਝੂਠ ਝਾੜ ਬੋਲ ਕੇ ਤੇ ਇੱਥੇ ਤੇ ਆ ਗਏ, ਹਰ ਜਗ੍ਹਾ ਇਹਨਾਂ ਦਾ ਹੱਥ ਨਹੀਂ ਪੈਣਾ। ਤੇ ਉਹੀ ਪ੍ਰੋਬਲਮ ਹੈ ਨਾ ਕਿ ਇਹ ਜੋ ਇੱਥੇ ਕਹਿਣਾ ਚਾਹੁੰਦੇ ਨੇ ਉਹ ਗੁਜਰਾਤ ਹਿਮਾਚਲ ਜਾਂ ਪੰਜਾਬ ਦੇ ਲੋਕ ਵੀ ਸੁਣਨ ਨੂੰ ਨਹੀਂ ਤਿਆਰ ਨੇ। ਇਸ ਵੇਲੇ ਐਡਾ ਅਪਸੈਟ ਹੋ ਗਿਆ ਪੰਜਾਬ। 80% ਆਫ ਪੰਜਾਬ ਇਸ ਵੇਲੇ ਕਹਿ ਰਿਹਾ ਕਿ ਅਸੀਂ ਬਹੁਤ ਭਾਰੀ ਗਲਤੀ ਕਰ ਦਿੱਤੀ ਤੇ ਉਸ ਚੀਜ਼ ਨੂੰ ਠੀਕ ਕਰਨ ਵਾਸਤੇ ਇੱਕ ਦਿਨ ਇੱਕ ਜੁਮਲਾ ਕਰ ਦਿੰਦੇ ਨੇ, ਦੂਸਰੇ ਦਿਨ ਦੂਸਰਾ। 1 ਸੈਕਿੰਡ, ਹੁਣ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਕਿ ਵਿਜੇ ਸਿੰਗਲਾ ਸਾਹਿਬ ਦਾ ਕੀ ਕਹਿਣਾ ਇਹਦੇ ਵਿੱਚ। ਜਦੋਂ ਉਹ ਪਤਾ ਲੱਗ ਜਾਏਗਾ ਫਿਰ ਅਸੀਂ ਅਸਲੀਅਤ ਦੀ ਗੱਲ ਕਰਾਂਗੇ। ਲਾਸਟ ਪੁਆਇੰਟ ਕਿ ਇਹਨਾਂ ਨੂੰ ਹੁਣ FIR ਤੇ ਇਹਨਾਂ ਨੇ ਬਣਾਤਾ ਹੈ, ਚਾਰਜ ਸ਼ੀਟ ਬਣਾ ਕੇ ਉਹਨੂੰ ਅੰਦਰ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ। ਦੈਟ ਇਜ਼ ਦ ਕਰੰਚ ਪੁਆਇੰਟ। ਉਹ ਕਹਿੰਦੇ ਸਟੈਂਡ ਔਨ ਦਾ ਚਾਰਜ ਔਰ ਕਹਿੰਦੇ ਨਾਟ ਸਟੈਂਡ ਔਨ ਦਾ ਚਾਰਜ। ਇਹਦੇ ਬਾਰੇ ਚ ਅਰਸ਼ਪ੍ਰੀਤ ਜੀ ਤੁਹਾਨੂੰ ਜ਼ਿਆਦਾ ਦੱਸਣਗੇ, ਬੀਇੰਗ ਅ ਲਾਇਰ। ਚਲੋ ਠੀਕ ਹੈ। ਰਮਨ ਚਾਂਦੀ ਜੀ, ਬਹੁਤ ਸੰਖੇਪ ਵਿੱਚ ਮੈਨੂੰ ਜਵਾਬ ਦਿਓ 2 ਸਵਾਲਾਂ ਦੇ। ਰਮਨ ਚਾਂਦੀ, ਇੱਕ ਜਿਹੜਾ ਨਾਮ ਹੈਗਾ ਪ੍ਰਦੀਪ ਕੁਮਾਰ, ਇਹ ਕੌਣ ਹੈ? FIR ਦੇ ਵਿੱਚ ਹੀ? ਹਾਂਜੀ, FIR ਦੇ ਵਿੱਚ।
ਹੁਣ ਮਾਨਯੋਗ ਗਰਗ ਸਾਹਿਬ ਦੱਸ ਕੇ ਤਾਂ ਹਟੇ ਨੇ। ਨਹੀਂ ਗਰਗ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਪ੍ਰਦੀਪ ਕੁਮਾਰ ਕੌਣ ਹੈ। ਗਰਗ ਸਾਹਿਬ ਪ੍ਰਦੀਪ ਕੁਮਾਰ ਦੇ ਨਾਲ ਕੰਮ ਕਰਦੇ ਰਹੇ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਜੀ, ਪ੍ਰਦੀਪ ਕੁਮਾਰ ਕੌਣ ਹੈ? ਦੇਖੋ ਮੇਰੀ ਨੌਲੇਜ ਦੇ ਵਿੱਚ ਤਾਂ ਪ੍ਰਦੀਪ ਕੁਮਾਰ ਜੇਕਰ FIR ਦੇ ਵਿੱਚ ਹੈ ਤਾਂ ਹੈਲਥ ਪਾਵਰ ਕਾਰਪੋਰੇਸ਼ਨ ਦਾ ਮੁਲਾਜ਼ਮ ਹੈ, ਜਿਹਨੇ ਸਾਰਾ ਕੁਝ ਆ ਕੇ ਸਰਕਾਰ ਨੂੰ ਦੱਸਿਆ ਕਿ ਆਹ ਕੁਝ ਹੋ ਰਿਹਾ। ਇਹ ਰਿਸ਼ਤੇਦਾਰ ਤਾਂ ਨਹੀਂ ਮੰਤਰੀ ਸਾਹਿਬ ਦਾ? ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਪੁੱਛ ਰਿਹਾ। ਹੈ ਜੀ, ਰਿਸ਼ਤੇਦਾਰ ਤਾਂ ਨਹੀਂ ਕੋਈ ਮੰਤਰੀ ਸਾਹਿਬ ਦਾ ਵਿੱਚ? ਨਹੀਂ ਦੇਖੋ ਰਿਸ਼ਤੇਦਾਰੀ ਬਾਰੇ ਮੈਨੂੰ ਨੌਲੇਜ ਨਹੀਂ, ਮੈਂ ਐਵੇਂ ਆਪਣੇ ਮੂੰਹੋਂ ਬਿਆਨ ਕੱਢਣਾ। ਕੋਈ ਰਿਲੇਟਿਵ ਬਾਰੇ ਮੈਨੂੰ ਨੌਲੇਜ ਨਹੀਂ ਹੈ ਵੀ ਉਹਨਾਂ ਦਾ ਕੋਈ ਰਿਲੇਟਿਵ ਹੈ ਜਾਂ ਐਕਚੁਅਲੀ ਅੱਜ ਕੱਲ ਟ੍ਰੈਂਡ ਜਿਹਾ ਚੱਲੀ ਜਾਂਦਾ ਨਾ, ਰਿਸ਼ਤੇਦਾਰੀ ਫਸਾ ਦਿੰਦੇ ਆ ਮੰਤਰੀਆਂ ਸੰਤਰੀਆਂ ਨੂੰ, ਮੁੱਖ ਮੰਤਰੀਆਂ ਨੂੰ। ਮੈਂ ਤਾਂ ਪੁੱਛ ਰਿਹਾ ਸੀ। ਨਹੀਂ ਜੀ ਨਹੀਂ। ਅੱਛਾ, ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ, ਇੱਕ ਸਵਾਲ ਦਾ ਹੋਰ ਜਵਾਬ ਦਿਓ ਰਮਨ ਚਾਂਦੀ। ਇਹ ਜਿਹੜੇ ਤੁਸੀਂ ਇਹ ਸਾਰਾ ਕੁਝ ਕੀਤਾ, ਬਹੁਤ ਵੱਡਾ ਕੰਮ ਹੈ ਇਹ। ਸਿਆਸੀ ਪਾਰਟੀਆਂ ਦੀ ਮਜਬੂਰੀ ਹੁੰਦੀ ਹੈ, ਤੁਹਾਡਾ ਪੂਰੀ ਤਰ੍ਹਾਂ ਸਵਾਗਤ ਵੀ ਨਹੀਂ ਕਰਦੀਆਂ ਉਹ। ਮੈਂ ਸਵਾਗਤ ਕਰ ਰਿਹਾ ਰਮਨ ਚਾਂਦੀ, ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਗੁਜਰਾਤ ਤੇ ਹਿਮਾਚਲ 'ਚ ਇਸ਼ਤਿਹਾਰ ਤਾਂ ਨਹੀਂ ਲੱਗਣ ਕਹਿੰਦੇ ਜਾਂ ਲੱਗਣਗੇ? ਦੇਖੋ ਮੇਰੀ ਗੱਲ ਸੁਣੋ, ਹਲੇ ਹਿਮਾਚਲ 'ਚ ਇਲੈਕਸ਼ਨ ਦੇਖੋ 8 ਮਹੀਨੇ ਪਏ ਆ, ਉਹ ਵੀ ਸਰਕਾਰ ਦਾ ਪਤਾ ਨਹੀਂ ਇਹਨਾਂ ਨੇ ਟਾਈਮ ਤੇ ਕਰਾਉਣੀ ਆ ਜਾਂ ਨਹੀਂ ਕਰਾਉਣੀ। ਗੁਜਰਾਤ 'ਚ ਸਰ ਮੈਂ ਰਮਨ ਚਾਂਦੀ ਮੈਂ ਬੜਾ ਸੌਖਾ ਸਵਾਲ ਕਰਦਾ, ਮੈਨੂੰ ਔਖਾ ਸਵਾਲ ਨਹੀਂ ਹੁੰਦਾ ਰਮਨ ਚਾਂਦੀ ਜੀ। ਮੈਂ ਤਾਂ ਸਿੰਪਲ ਸਵਾਲ ਕੀਤਾ ਸਰ, ਗੁਜਰਾਤ ਤੇ ਹਿਮਾਚਲ 'ਚ ਇਸ਼ਤਿਹਾਰ ਤਾਂ ਨਹੀਂ ਲੱਗਣਗੇ? ਨਹੀਂ ਬਿਲਕੁਲ ਨਹੀਂ ਜੀ। ਦੇਖੋ ਜੋ ਰਿਐਲਿਟੀ ਹੈ, ਜੋ ਨਿਊਜ਼ ਦੇ ਵਿੱਚ ਅਖਬਾਰ ਜੋ ਮੀਡੀਆ ਨੇ ਚੱਕ ਲੈਣਾ ਆਪਣੇ ਆਪੇ, ਉਹ ਤਾਂ ਚੱਕਣਾ ਹੀ ਹੈ। ਇਸ਼ਤਿਹਾਰ ਦਾ ਮਤਲਬ ਹੈ ਜਦੋਂ ਕੰਪੇਨਿੰਗ ਦੇ ਦੌਰਾਨ ਸਾਡੇ ਲੀਡਰ ਜਾਣਗੇ ਤਾਂ ਉਹ ਤਾਂ ਹਰ ਇੱਕ ਪਾਰਟੀ ਦਾ ਲੀਡਰ ਕਹਿੰਦਾ ਕਿ ਉੱਥੇ ਅਸੀਂ ਪੰਜਾਬ 'ਚ ਆਹ ਕੁਝ ਕੀਤਾ। ਦੇਖੋ ਚੰਗਿਆਈਆਂ ਹਰ ਕੋਈ ਬੰਦਾ, ਇਕੱਲੀ ਸਾਡੀ ਪਾਰਟੀ ਨਹੀਂ, ਹਰ ਪਾਰਟੀ ਦਾ ਲੀਡਰ ਆਪਣੀ ਪਾਰਟੀ ਦੀਆਂ ਚੰਗਿਆਈਆਂ ਕਰਾਉਂਦਾ। ਉਸ ਦੇ ਆਧਾਰ ਤੇ ਸਾਡੀ ਆਮ ਆਦਮੀ ਪਾਰਟੀ ਵੀ ਚੰਗਿਆਈ ਗਣਾਈ। ਰਮਨ ਚਾਂਦੀ ਠੀਕ ਹੈ, ਮੈਂ ਵਾਪਸ ਆਵਾਂ। ਡਾਕਟਰ ਗਰਗ ਤੁਸੀਂ ਪੂਰਾ ਸਿਸਟਮ ਤੇ ਸਵਾਲ ਚੁੱਕਿਆ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੇ। ਡਾਕਟਰ ਗਰਗ ਤੁਹਾਨੂੰ ਲੱਗਦਾ ਕਿ ਇਸ FIR ਦੇ ਵਿੱਚ ਹੋਰ ਬੰਦੇ ਵੀ ਸ਼ਾਮਲ ਹੋਣਗੇ, ਹੋਰਾਂ ਦੇ ਨਾਮ ਵੀ ਸ਼ਾਮਲ ਹੋਣਗੇ? ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਡਾਕਟਰ ਗਰਗ? ਕੋਈ ਵੱਡੀ ਗੱਲ ਨਹੀਂ, ਕਿਉਂਕਿ ਬਿਊਰੋਕ੍ਰੇਸੀ ਉਹਦੀ ਇੰਚਾਰਜ ਰਹੀ ਹੈ। ਸੌਦਾਬਾਜ਼ੀ ਜਾਂ ਇੱਦਾਂ ਤਾਂ ਠੀਕ ਹੈ ਵੀ ਹੋਰ ਬੰਦਿਆਂ ਤੋਂ ਬਿਨਾਂ ਨਹੀਂ ਹੋ ਸਕਦੀ। ਤੇ ਹੈਲਥ ਸਿਸਟਮ ਕਾਰਪੋਰੇਸ਼ਨ ਆਪਦਾ ਇੰਜੀਨੀਅਰਿੰਗ ਖੜਾ ਕਾਹਦੇ ਵਾਸਤੇ ਕਰਿਆ? PWD ਬਣਾ ਰਹੀ ਸੀ ਬਿਲਡਿੰਗਾਂ। ਇਹ ਪਹਿਲਾਂ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਈ ਕਾਂਗਰਸ ਸਰਕਾਰ ਨੇ। ਅਕਾਲੀ BJP ਨੇ ਕਿਹਾ ਵੀ ਜਦ ਅਸੀਂ ਆ ਗਏ ਅਸੀਂ ਇਹਨੂੰ ਹਟਾ ਦਾਂਗੇ। ਉਹ ਅਕਾਲੀ BJP ਆਉਣ ਸਾਰੀ ਉਹਦੇ ਸੋਹੜੇ ਗਾਉਣ ਲੱਗ ਗਏ। ਫਿਰ ਦੁਬਾਰਾ ਕਾਂਗਰਸ ਆ ਗਈ, ਫਿਰ ਉਹਨੇ ਉਦੋਂ ਰੱਖਿਆ 2002 'ਚ ਖਤਮ ਹੋ ਜਾਣੀ ਸੀ। ਇਹ ਕਾਹਦੇ ਵਾਸਤੇ ਤੁਸੀਂ ਖੜਾ ਕਰ ਰੱਖਿਆ ਵੀ ਇੰਨਾ ਜ਼ਿਆਦਾ ਪੈਸਾ, ਸਾਰੀਆਂ ਪਾਵਰਾਂ ਉਹਦੇ ਕੋਲੇ? ਇਹ ਕੋਈ ਦਾ ਕਾਰਨ ਹੈਗਾ ਹੀ ਹੈ ਨਾ। ਅੱਜ ਜੋ ਮਰਜ਼ੀ ਕਹਿਣ, ਇਹਦੋਂ ਅੱਗੇ ਦੂਜਾ ਪਾਸਾ ਇਹਨਾਂ ਨੇ ਫੜਿਆ, ਆਪਦਾ ਮੰਤਰੀ ਹਟਾਇਆ ਹੈ। ਇਹਨੂੰ ਕੌਂ ਮਾਰ ਕੇ ਟੰਗਣਾ, ਇਹਨੂੰ ਜੋ ਮਰਜ਼ੀ ਕਹਿਣ, ਸਿਆਸਤਦਾਨਾਂ ਨੇ ਆਪਦੀ ਗੱਲ ਕਹਿਣੀ ਹੁੰਦੀ ਹੈ। ਜਿੱਦੇ ਮੁੱਖ ਮੰਤਰੀ ਦਾ ਭਾਂਜਾ ਫੜਿਆ ਗਿਆ ਸੀ, 8 ਕਰੋੜ ਰੁਪਈਆ ਉਹਦੇ ਕੋਲੋਂ ਫੜਿਆ ਜਾਂਦਾ ਹੈ, 12 ਲੱਖ ਦੀ ਘੜੀ ਫਰੀ ਜਾਂਦੀ ਹੈ। ਪਹਿਲਾਂ ਬਿਆਨ ਆਉਂਦੇ ਨੇ, ਉੱਥੇ ਤਾਂ ਪੂਰੀ ਕਾਂਗਰਸ ਪਾਰਟੀ ਨੈਸ਼ਨਲ ਲੈਵਲ ਤੇ ਕਹਿਣ ਲੱਗੀ ਵੀ ਇਹ ਤਾਂ ED ਦਾ ਧੱਕਾ ਹੈ। ਹੋਰ ਮੈਂ ਕਹਿਣਾ ਵੀ ED ਨੇ ਛਾਪਾ ਉਸ ਸਮੇਂ ਮਾਰਿਆ ਜਦ ਚੋਣ ਸੀਗੀ। ਹੋ ਸਕਦਾ ਉਹਦੇ ED ਦਾ ਕੋਈ ED ਨੂੰ ਕਹੇ ਜੇ ਆਦੇਸ਼ ਸੀ ਜਾਂ ਕੀ ਸੀਗੀ, ਕਿਉਂਕਿ ਸੁਖਪਾਲ ਖਹਿਰੇ ਦੇ ਮਾਮਲੇ 'ਚ ਵੀ ਸਾਹਮਣੇ ਆ ਗਿਆ। ਪਰ ਇਹ ਤਾਂ ਸੱਚ ਸੀ ਵੀ ਜਿਹੜਾ ED ਨੇ ਫੜਿਆ ਉਹ ਪੈਸੇ ਕੋਲੋਂ ਤਾਂ ਨਹੀਂ ਧਰਤੇ। ED ਨੇ 8 ਕਰੋੜ ਰੁਪਈਆ ਜਿਹੜਾ ਫੜਿਆ, 12 ਲੱਖ 55 ਕਰੋੜ ਦੀ ਕਹਿੰਦੇ ਨੇ, ਮੈਨੂੰ ਨਹੀਂ ਪਤਾ ਮੈਂ ਉਹ ਵੀ ਕਿੰਨੀ ਸੱਚ ਹੈ ਉਹਦੀਆਂ ਟ੍ਰਾਂਸੈਕਸ਼ਨਾਂ। ਉਦੋਂ ਕਾਂਗਰਸ ਨੂੰ ਚਲ ਪਹਿਲੇ ਦਿਨ ਤਾਂ ਸੁਰਜੇਵਾਲ ਜੀ ਨੇ ਕਹਿਤਾ, ਕਈ ਵਾਰੀ ਕਾਹਲੀ 'ਚ ਕਹਿ ਦਿੰਦੇ ਨੇ ਵੀ ਇਹ ਤਾਂ ED ਦਾ ਧੱਕਾ ਫਲਾਣਾ ਹੈ, ਪਰ ਫਿਰ ਤਾਂ ਕਲੀਅਰ ਹੋ ਗਿਆ ਸੀ। ਫਿਰ ਤਾਂ ਕਾਂਗਰਸ ਨੇ ਉੱਤੇ ਤੱਕ ਫੈਸਲਾ ਕਰਕੇ ਗੱਲ ਕਰਨੀ ਸ਼ੁਰੂ ਕਰੀ ਵੀ ਨਹੀਂ ਇਹਨੂੰ ਆਪਾਂ ਕੁਝ ਨਹੀਂ ਕਹਿਣ ਦੇਣਾ। ਜਿੱਦੇ ਤੁਸੀਂ ਐਂ ਕਹਿਣ ਲੱਗ ਜਾਓਗੇ ਉਦੋਂ ਸਮਾਜ ਬਚੇਗਾ ਨਹੀਂ। ਘੱਟੋ ਘੱਟ ਸਾਹਮਣੇ ਫੜੇ ਹੋਏ ਨੂੰ, ਔਰ ਉਹਦੇ 'ਚ ਤਾਂ BJP ਨੇ ਵੀ ਨਹੀਂ ਬੋਲੀ। ਸੋ ਇਸ ਕਰਕੇ ਇਹ ਗੱਲ ਜ਼ਰੂਰ ਹੈਗੀ ਹੈ, ਭ੍ਰਿਸ਼ਟਾਚਾਰ ਸਾਰੇ ਮਹਿਕਮੇ 'ਚ ਫੈਲਦਾ ਹੋਇਆ, ਇਹ 'ਚ ਕੋਈ ਦੋ ਰਾਏ ਨਹੀਂ। ਆ ਪਿੱਛੇ ਰੈਵਨਿਊ ਵਾਲਿਆਂ ਨੇ ਰੌਲਾ ਨਹੀਂ ਪਾਇਆ, ਉਹ ਕੋਈ ਅੱਜ ਹੋ ਗਿਆ। ਇਹਨੂੰ ਤਾਂ 2 ਮਹੀਨੇ ਹੋਏ ਨੇ ਇਹਨੂੰ, ਭ੍ਰਿਸ਼ਟਾਚਾਰ ਤਾਂ ਪਹਿਲਾਂ ਤੋਂ ਫੈਲਦਾ ਹੋਇਆ। ਰੈਵਨਿਊ ਵਾਲਿਆਂ ਨੇ ਰੌਲਾ ਪਾਇਆ ਕਿ ਜੀ ਅਸੀਂ ਤਾਂ ਪੈਸੇ ਤਾਂ ਲੈਂਦੇ ਹਾਂ ਕਿ ਸਾਨੂੰ ਆਹ ਕਰਨਾ ਪੈਂਦਾ, ਆਹ ਲਿਖ ਕੇ ਦਿੱਤਾ ਹੈ ਉਹਨਾਂ ਦੀ ਯੂਨੀਅਨ ਨੇ। ਸੋ ਇਸ ਕਰਕੇ ਇਹ ਭ੍ਰਿਸ਼ਟਾਚਾਰ ਨੂੰ ਆਪਾਂ ਇੰਨਾ ਸੌਖਾ ਨਾ ਸਮਝੀਏ। ਪਰ ਇੱਕ ਗੱਲ ਪੱਕੀ ਹੈ, ਇੱਕ ਲਾਸਟ ਲਾਈਨ ਆਪਦੀ ਕਹਿ ਕੇ ਹਟਾਂਗਾ। ਮੇਰੇ ਕੋਲ ਇੱਕ ਆਇਆ ਬੰਦਾ, ਮੈਨੂੰ ਕਹਿੰਦਾ ਜੀ ਇੱਥੇ ਆਏ ਪੈਸੇ ਚੱਲਦੇ ਨੇ। ਮੈਂ ਐਵੇਂ ਅੱਕਾ ਬੈਠਾ ਸੀ, ਮੈਂ ਕਿਹਾ ਹੁਣ ਮੈਂ ਕਿਹਦੇ ਗੋਲੀ ਮਾਰਾਂ। ਮੈਨੂੰ ਕਹਿੰਦਾ ਜੀ ਇੱਕ ਗੱਲ ਕਹਿਣਾ, ਮੈਂ ਛੋਟਾ ਮੂੰਹ ਬੜੀ ਬਾਤ ਮੈਂ ਕਹੋ। ਕਹਿੰਦਾ ਜੀ ਅਸੀਂ ਸਾਡੀ ਫਸਲ ਕੌਂ ਖਾਂਦੇ ਨੇ, ਅਸੀਂ ਕਿਹੜਾ ਸਾਰੇ ਕੌਂ ਮਾਰ ਦਿੰਦੇ ਆ। ਮੈਂ ਕਿਹਾ ਜਾਓ ਜੀ ਸਾਹਿਬ ਜੀ, ਮੈਨੂੰ ਤੁਹਾਡੀ ਗੱਲ ਸਮਝ ਆ ਗਈ। ਮੈਂ ਐਲਾਨ ਕਰਤਾ ਵੀ ਜੇ ਹਸਪਤਾਲ ਦੇ ਵਿੱਚ ਆ ਕਰੋਗੇ ਨਾ ਫਿਰ ਦੇਖਾਂਗੇ, ਜਾਂ ਤੁਸੀਂ ਨਹੀਂ ਜਾਂ ਮੈਂ ਨਹੀਂ। ਇਹ ਤਾਂ ਕਰਨਾ ਹੀ ਪੈਂਦਾ ਤੁਹਾਨੂੰ, ਕੌਂ ਮਾਰ ਕੇ ਤੇ ਟਿਕਣਾ ਹੀ ਪੈਂਦਾ। ਇਹਨੂੰ ਕੋਈ ਕਹੇ ਵੀ ਜਾਣ ਕੇ ਕਰਤਾ ਜੀ ਫਲਾਣਾ, ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਇਹ ਮੰਤਰੀ ਨੂੰ ਫੜਿਆ, ਜੇ ਹਿੰਮਤ ਸੀ ਤਾਂ ਹੁਣ ਵੀ ਬਥੇਰੀਆਂ ਚੋਰੀਆਂ ਹੋ ਰਹੀਆਂ ਨੇ।
ਭਾਜਪਾ ਦੇ ਨੈਸ਼ਨਲ ਪ੍ਰੈਜ਼ੀਡੈਂਟ, ਹਾਲਾਂਕਿ ਐਡੀ ਕੋਈ ਰਿਸ਼ਵਤ ਦੀ ਗੱਲ ਨਹੀਂ, ਐਡੀ ਰਿਸ਼ਵਤ ਨਹੀਂ ਸੀ, ਉਹ ਐਵੇਂ ਮਾਮੂਲੀ ਜਿਹਾ ਪੈਸਾ ਸੀ, ਉਹ ਜੇ ਤਾਂ ਅੱਜ ਕੱਲ੍ਹ ਰੋਟੀ ਖਾਣ ਤੇ ਲਾ ਦਿੰਦੇ ਨੇ ਲੋਕ, ਤੇ ਉਹਦੇ ਉੱਤੇ ਉਹਨਾਂ ਦੀ ਬੜੀ ਬੇਇੱਜ਼ਤੀ ਹੋਈ ਸੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਸੋ ਇਹ ਗੱਲ ਕਹਿਣੀ ਕਿ ਰਿਸ਼ਵਤ ਦੇ ਵਿੱਚ ਮੰਤਰੀ ਨੂੰ ਫੜ ਕੇ ਉਹਨੂੰ ਹਟਾਉਣਾ ਇਹ ਛੋਟੀ ਗੱਲ ਨਹੀਂ ਹੈ। ਬਾਕੀ ਪਾਰਟੀਆਂ ਜੋ ਮਰਜ਼ੀ ਕਹਿਣ, ਮੈਂ ਕਹਾਂਗਾ ਇਹ ਚੰਗੀ ਗੱਲ ਹੋਈ ਹੈ, ਇਹ ਚੰਗੀ ਸ਼ੁਰੂਆਤ ਹੈ, ਇਹਦੇ 'ਚ ਅਫਸਰਾਂ ਨੂੰ ਵੀ ਪਤਾ ਲੱਗ ਜੂ, ਕਿਉਂਕਿ ਇਹ ਨਹੀਂ ਵੀ ਅਫਸਰ ਹੋਣੇ, ਠੀਕ ਹੈ, ਤੇ ਇਸ ਕਰਕੇ ਇਹ ਇੱਕ ਸੰਦੇਸ਼ ਹੈ। ਚਲੋ ਇੱਕ ਚੰਗਾ ਸੁਨੇਹਾ ਜਾਊਗਾ ਥੱਲੇ ਤੱਕ, ਤੁਸੀਂ ਇਹ ਕਹਿ ਰਹੇ ਹੋ। ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲੈ ਕੇ ਵਾਪਸ ਆ ਰਿਹਾ। ਬਹੁਤ ਸਾਰੇ ਸਵਾਲ ਹੈ ਕਿ ਕਮਿਸ਼ਨ ਕਾਂਡ ਤੇ ਕਾਰਵਾਈ ਦਾ ਅਸਰ ਕੀ ਹੈਗਾ, ਪਰ ਬਹੁਤ ਸਾਰੇ ਸਵਾਲ ਇਸ ਨਾਲ ਵੀ ਜੁੜੇ ਹੋਏ ਆ ਕਿ ਇਸ ਤੋਂ ਪਹਿਲਾਂ ਵਿਧਾਇਕ ਬਣਨ ਤੋਂ ਪਹਿਲਾਂ ਵਿਜੇ ਸਿੰਗਲਾ ਹਰਾਂ ਕੋਲੇ ਕੀ ਕੁਛ ਸੀਗਾ, ਕੀ ਉਦੋਂ ਦੀ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਊਗੀ ਜਾਂ ਉਸ ਤੋਂ ਪਹਿਲਾਂ ਉਹਨਾਂ ਦਾ ਕਰਤਾਰ ਕਿਹੋ ਜਿਹਾ ਸੀਗਾ। ਇਹ ਬਹੁਤ ਸਾਰੇ ਸਵਾਲ ਹੈਗੇ ਆ। ਇਹਨਾਂ ਸਵਾਲਾਂ ਦੇ ਵਿਚਾਲੇ ਸਵਾਲ ਇਹ ਵੀ ਹੈਗਾ ਕਿ ਡਾਕਟਰ ਵਿਜੇ ਸਿੰਗਲਾ ਦੇ ਨਾਲ ਹੋਰ ਕੌਣ ਲੋਕ ਸ਼ਾਮਲ ਸੀਗੇ। ਵਾਪਸ ਆ ਰਹੇ उस मंत्री के खिलाफ सख्त एक्शन ले रहे हैं, उन मंत्रिमंडल चों बर्खास्त कर रहे हैं ते तुरंत पुलिस नूं उहदे खिलाफ केस दर्ज करन दे निर्देश दे। उस मंत्री का नाम है डॉक्टर विजय सिंगला। एक फिर थोड़ा स्वागत कर रहे हैं। बड़ा सवाल असीं पुछ रहे हैं, कमिशन कांड कैबिनेट मंत्री के एक्शन लैके भगवंत मान ने भविख लई किहड़ा राह दिखाया। करना जयवंत सिंह, इस सैगमेंट का आगाज़ मैं तुहाडे नाल करना चाहुंदा। तुहाडी पार्टी की कोई भी सरकार किते भी होवे, किसी भी सूबे दे विच कोई इहो जिहा तुसीं दिखा सकदे हो एक्शन जिहड़ा तुसीं लिया होवे, मुख्य मंत्री ने इहो जिहा एक्शन लिया होवे, वजारत चों बाहर कढ दित्ता होवे मंत्री? करना जयवंत सिंह, देखो जी, पहली गल तो तुसीं देखो कि 8 साल तो 7 साल तो साडी सरकार सेंटर दे विच चल रही है ਤੇ ਇੱਕ ਵੀ ਕੋਈ ਸਕੈਂਡਲ ਸਾਡੀ ਸਰਕਾਰ ਦੇ ਸਾਹਮਣੇ ਬਾਹਰ ਨਹੀਂ ਨਿਕਲਿਆ। ਬੀਜੇਪੀ ਇੱਕ ਬੜੀ ਡਿਸਪਲਿਨਡ ਪਾਰਟੀ ਹੈਗੀ ਹੈ, ਬੜੇ ਤਰੀਕੇ ਨਾਲ ਚੱਲਦੀ ਹੈ, ਕਾਡਰ ਬੇਸਡ ਪਾਰਟੀ ਹੈਗੀ ਹੈ, ਆਈਡੀਓਲੋਜੀ ਰਿਡਵਨ ਪਾਰਟੀ ਹੈ। ਤੇ ਉਦੋਂ ਪਹਿਲੇ ਅਗਰ ਤੁਸੀਂ ਕਾਂਗਰਸ ਨੂੰ ਦੇਖੋ ਤੇ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇੱਕ ਸਕੈਂਡਲ ਦੇ ਬਾਅਦ ਸਰ ਮੈਂ ਸਟੇਟ ਗਵਰਨਮੈਂਟ ਦਾ ਜ਼ਿਕਰ ਕਰ ਰਿਹਾ ਸੀ ਕਰਨ ਜੈਵੰਤ ਸਿੰਘ। ਮੈਂ ਤੁਹਾਡੇ ਇੰਨੇ ਸੂਬਿਆਂ 'ਚ ਸਰ ਤੁਹਾਡੀ ਗਵਰਨਮੈਂਟ ਹੈ, ਮੈਂ ਤਾਂ ਉਹਦਾ ਸਵਾਲ ਕਰ ਰਿਹਾ ਸੀਗਾ। ਤੁਸੀਂ ਪੰਜਾਬ ਵਿੱਚ ਵੀ ਗਵਰਨਮੈਂਟ ਚਲਾਈ ਹੈ 10 ਸਾਲ ਸਰ ਲਗਾਤਾਰ, ਅਕਾਲੀ ਬੀਜੇਪੀ ਨਾਲ 5 ਸਾਲ ਪਹਿਲਾਂ ਵੀ ਚਲਾਈ ਹੈ। ਉਦੋਂ ਦੱਸ ਦਿਓ ਕਿਸੇ ਤੇ ਕੋਈ ਐਕਸ਼ਨ ਲਿਆ ਸਰ, ਉਦੋਂ ਹੀ ਮੰਤਰੀ ਜੇਲ੍ਹਾਂ 'ਚ ਗਏ ਆ ਸਰ, ਉਦੋਂ ਵਿਰੋਧੀ ਪਾਰਟੀਆਂ ਅਸਤੀਫੇ ਮੰਗਦੀਆਂ ਸੀਗੀਆਂ। ਕਰਨ ਜੈਵੰਤ ਸਿੰਘ ਦੇ ਹਜੇ ਤੱਕ ਤੇ ਕੋਈ ਵੀ ਏਡੀ ਵੱਡੀ ਸਾਡੇ ਖਿਲਾਫ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਉੱਥੇ ਖੜੀ ਹੈ, ਹੋਰ ਵੀ ਖੜੀਆਂ ਨੇ, ਕਿਸੇ ਨੂੰ ਸਾਡੇ ਕਿਸੇ ਮਿਨਿਸਟਰ ਦੇ ਅਗੇਂਸਟ ਕੁਝ ਕਹਿਣ ਦੇ ਵਾਸਤੇ ਮਿਲਿਆ ਨਹੀਂ ਅੱਜ ਤੱਕ। ਤੇ ਸਾਡੀ ਇਹ ਆਪਣੀ ਇੰਟਰਨਲੀ ਵੀ ਅਸੀਂ ਆਪਣੇ ਆਪ ਨੂੰ ਬਹੁਤ ਦੇਖਦੇ ਰਹਿੰਦੇ ਹਾਂ, ਸਾਰਾ ਟਾਈਮ ਆਪਣੀ ਵਿਜੀਲੈਂਸ ਰੱਖਦੇ ਹਾਂ, ਇੰਟਰਨਲ ਵਿਜੀਲੈਂਸ। ਅਗਰ ਕੋਈ ਐਸਾ ਕੇਸ ਹੋਏਗਾ ਤੇ ਉਹਨੂੰ ਸਪੇਅਰ ਨਹੀਂ ਕਰਾਂਗੇ। ਪ੍ਰਾਈਮ ਮਿਨਿਸਟਰ ਨੇ ਪਹਿਲੇ ਹੀ ਕਿਹਾ ਹੋਇਆ ਹੈ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ, ਕਿ ਨਾ ਖਾਊਂਗਾ ਨਾ ਖਾਣੇ ਦੂੰਗਾ। ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਸੇਂਟਲੀ ਜਿਹੜੀ ਐਟੀਟਿਊਡ ਹੈਗੀ ਹੈ, ਉਹਨਾਂ ਨੇ ਆਪਣਾ ਪੂਰਾ ਜ਼ਿੰਦਗੀ ਜਿਹੜੀ ਹੈ ਖਪਾ ਦਿੱਤੀ ਹੈ ਆਪਣੇ ਦੇਸ਼ ਦੇ ਵਾਸਤੇ। ਤੇ ਅਗਰ ਕੋਈ ਬੀਜੇਪੀ ਦੇ ਵਿੱਚ ਕੁਝ ਐਸਾ ਹੋਏਗਾ ਤਾਂ ਅਸੀਂ ਇਹਦੋਂ ਵੀ ਜ਼ਿਆਦਾ ਵੱਡਾ ਐਕਸ਼ਨ ਲਵਾਂਗੇ। ਕਰਨ ਜੈਵੰਤ ਸਿੰਘ ਮੇਰਾ ਸਵਾਲ ਮੈਨੂੰ ਲੱਗਦਾ ਤੁਹਾਨੂੰ ਪਸੰਦ ਨਹੀਂ ਆ ਰਿਹਾਗਾ। ਮੈਂ ਸਵਾਲ ਇਹ ਕਰ ਰਿਹਾ ਸੀਗਾ, ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦਾ ਜ਼ਿਕਰ ਕਰਦੇ ਹੋ, ਤੁਸੀਂ ਕਰ ਲਓ, ਮੈਂ ਨਹੀਂ ਤੁਹਾਨੂੰ ਰੋਕ ਰਿਹਾਗਾ, ਪਰ ਮੈਂ ਕੋਈ ਸਟੇਟ ਗਵਰਨਮੈਂਟ ਦੀ ਐਗਜ਼ਾਮਪਲ ਮੰਗ ਰਿਹਾ ਸੀ। ਕੋਈ ਕਰਨਾਟਕਾ, ਕੋਈ ਮੱਧ ਪ੍ਰਦੇਸ਼, ਤੁਹਾਡੀ ਇੰਨੀਆਂ ਸਰਕਾਰਾਂ, ਕਿਤੇ ਤਾਂ ਕੋਈ ਐਗਜ਼ਾਮਪਲ ਹੋਊਗੀ ਨਾ, ਜਾਂ ਨਹੀਂ ਹੈਗੀ? ਦੇਖੋ ਕੇਪੀ ਸਿੰਘ ਜੀ, ਅਗਰ ਕੋਈ ਉੱਥੇ ਭ੍ਰਿਸ਼ਟਾਚਾਰ ਹੋ ਹੀ ਨਹੀਂ ਰਿਹਾ ਤੇ ਮੈਂ ਐਗਜ਼ਾਮਪਲ ਕਿੱਦਾਂ ਦਵਾਂ? ਹੁਣ ਐਦਾਂ ਆਫ ਦ ਰਿਕਾਰਡ ਤੇ ਮੈਨੂੰ ਪਤਾ ਨਹੀਂ ਨਾ, ਐਡੀਆਂ ਸਟੇਟਸ ਦੇ ਬਾਰੇ ਇੱਕ ਸਪੋਕਸਪਰਸਨ ਨੂੰ ਕਿੱਥੋਂ ਦੀ ਪਤਾ ਹੋਏਗਾ? ਅਗਰ ਤੁਸੀਂ ਪਹਿਲੇ ਦੱਸਿਆ ਹੁੰਦਾ ਤੇ ਮੈਂ ਇਹਦੇ ਉੱਤੇ ਡਾਟਾ ਲੈ ਕੇ ਮਿਲਾ ਕੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਰਪਸ਼ਨ ਫ੍ਰੀ ਬੀਜੇਪੀ ਕਰਪਸ਼ਨ ਫ੍ਰੀ ਸਰਕਾਰ ਚਲਾਉਂਦੀ ਹੈ, ਜ਼ੀਰੋ ਟੋਲਰੈਂਸ ਹੈ ਤੁਹਾਡੀ ਕਰਪਸ਼ਨ ਦੇ ਖਿਲਾਫ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਬਿਲਕੁਲ 100% ਜ਼ੀਰੋ ਟੋਲਰੈਂਸ ਹੈਗੀ ਹੈ ਤੇ ਆਈਡੀਓਲੋਜੀ ਬੇਸਡ ਪਾਰਟੀ ਹੈਗੀ ਹੈ। ਇਹਦੇ ਵਿੱਚ ਕਰਪਸ਼ਨ ਕਰਨਾ ਜਾਂ ਡਿਸਪਲਿਨ ਦੇ ਦਾਇਰੇ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ। ਚਲੋ ਮਿਸਟਰ ਖੜਿਆਲ, ਹੁਣ ਤੁਸੀਂ ਮੈਨੂੰ ਦੱਸੋ, ਤੁਸੀਂ FIR ਪੜ੍ਹ ਲਈ ਹੋਣੀ ਹੈ ਮਿਸਟਰ ਖੜਿਆਲ, ਇਸ FIR ਦੇ ਆਧਾਰ ਤੇ ਇਹ ਕੇਸ ਕਿੰਨਾ ਮਜ਼ਬੂਤ ਹੈ? ਕਿਉਂਕਿ ਡਾਕਟਰ ਵਿਜੇ ਸਿੰਗਲਾ ਦਾ ਪੱਖ ਸੁਣਨਾ ਵੀ ਲਾਜ਼ਮੀ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਉਹਨਾਂ ਨੇ ਕਬੂਲ ਲਿਆ, ਮੇਰੇ ਅੱਗੇ ਕਬੂਲ ਲਿਆ, ਹੁਣ ਪਰਚਾ ਹੋ ਗਿਆ, ਉਹ ਪਰਚਾ ਕਿੱਥੇ ਸਟੈਂਡ ਕਰਦਾ? ਮੇਰਾ ਸਵਾਲ ਹੈ। ਕਰਨਲ ਜੈਵੰਤ ਸਿੰਘ ਨੇ ਵੀ ਇਹ ਸਵਾਲ ਚੁੱਕਿਆ ਸੀਗਾ। ਦੇਖੋ, ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਕਿ ਜੀ ਇੱਥੇ ਇੱਕ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਹੋਇਆ ਹੈ which has been done by Mr. Vijay Singla ਤੇ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਹੋਇਆ ਮਿਸਟਰ ਭਗਵੰਤ ਮਾਨ ਸਾਹਿਬ ਦੇ ਮੂਹਰੇ, CM ਪੰਜਾਬ। ਹੁਣ ਜੇ ਕੇਸ ਸਟਰੋਂਗ ਬਣਾਉਣਾ ਹੈ ਤੇ ਭਗਵੰਤ ਮਾਨ ਸਾਹਿਬ ਨੂੰ ਆ ਕੇ ਗਵਾਹੀ ਦੇਣੀ ਚਾਹੀਦੀ ਹੈ ਵੀ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਮੇਰੇ ਮੂਹਰੇ ਹੋਇਆ, ਤੇ ਜਦੋਂ ਪ੍ਰੋਸੀਕਿਊਸ਼ਨ ਵਿਟਨੈਸਸ ਐਗਜ਼ਾਮਿਨ ਹੋਣਗੇ ਤੇ ਭਗਵੰਤ ਮਾਨ ਸਾਹਿਬ ਸ਼ੁੱਡ ਕਮ ਫਾਰਵਰਡ ਤੇ ਮੇਕ ਸ਼ੋਰ ਇਹਦੇ ਨਾਲ ਜ਼ਿਆਦਾ ਹੋਊਗਾ ਤੇ ਜ਼ਿਆਦਾ ਸਟਰੈਂਥਨ ਹੋਊਗਾ ਕੇਸ। ਨਹੀਂ, ਭਗਵੰਤ ਮਾਨ ਕੰਪਲੇਨਟ ਥੋੜੀ ਹੈਗੇ ਆ ਖੜਿਆਲ ਸਾਹਿਬ, ਆਪਾਂ ਤਾਂ ਫਿਰ ਵੱਡੀ ਗੱਲ ਕਰਦੇ ਨੇ ਨਾ, ਜਿਹੜੇ ਕੰਪਲੇਨਟ ਆਪਾਂ ਉਹਦੀ ਗੱਲ ਕਰਾਂਗੇ ਨਾ। ਹੁਣ ਮੁੱਖ ਮੰਤਰੀ ਤੁਹਾਡਿਆਂ ਨੇ ਵੀ ਬੜੇ ਬਿਆਨ ਦਿੱਤੇ ਆ, ਉਹ ਤਾਂ ਕਿਸੇ ਕੇਸ ਵਿੱਚ ਕੋਈ ਦਿਨ ਨਹੀਂ ਲਗਾਏ। ਬੋਲੋ। ਨੰਬਰ 1 ਮੈਂ ਕਿਹਾ ਕੰਪਲੇਨਟ ਹੈ ਭਗਵੰਤ ਮਾਨ ਸਾਹਿਬ। ਹਾਂ ਬੋਲੋ। ਮੈਂ ਇਹ ਗੱਲ ਕਹਿ ਰਿਹਾ ਕਿ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ
ਉਹਨਾਂ ਦੇ ਮੂਹਰੇ ਦਿੱਤਾ ਗਿਆ, ਕਨਫੈਸ ਕੀਤਾ ਵਿਜੇ ਸਿੰਗਲਾ ਨੇ, ਤੇ ਜੇ ਕਨਫੈਸ ਕੀਤਾ ਹੈ ਭਗਵੰਤ ਮਾਨ ਸਾਹਿਬ PW ਬਣ ਸਕਦੇ ਹੈ, ਯਾਨੀ ਕਿ ਪ੍ਰੋਸੀਕਿਊਸ਼ਨ ਵਿਟਨੈਸ ਜਦੋਂ ਐਗਜ਼ਾਮੀਨੇਸ਼ਨ ਇਨ ਚੀਫ ਹੋਊਗਾ ਉਹ ਇਹ ਚੀਜ਼ ਕਹਿਣ। ਚਲੋ ਮੈਂ ਇੱਕ ਸਵਾਲ ਕਰ ਲਾਂ ਖੜਿਆਲ ਸਾਹਿਬ, ਇੱਕ ਸਵਾਲ ਕਰਨਾ ਖੜਿਆਲ ਸਾਹਿਬ, ਕਾਈਂਡਲੀ ਸੁਣ ਲਓ, ਮੈਂ ਤੁਹਾਨੂੰ ਸਵਾਲ ਕਰ ਰਿਹਾ ਖੜਿਆਲ ਸਾਹਿਬ, ਖੜਿਆਲ ਸਾਹਿਬ ਮੈਂ ਤੁਹਾਡੇ ਸਵਾਲ ਕਰ ਰਿਹਾ ਖੜਿਆਲ ਸਾਹਿਬ, ਤੁਹਾਡੀ ਗੱਲ ਹੀ ਅੱਗੇ ਰੱਖਾਂਗੇ ਆਪਾਂ। ਖੜਿਆਲ ਸਾਹਿਬ, ਜਿਹੜੇ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸੀ ਜਾਂ ਕੋਈ ਹੋਰ ਮੁੱਖ ਮੰਤਰੀ ਰਹੇ ਆ, ਜਦੋਂ ਕਹਿੰਦੇ ਸੀ ਮੈਨੂੰ ਇੰਨੇ ਮੰਤਰੀਆਂ ਬਾਰੇ ਪਤਾ, ਮੈਂ ਉੱਥੇ ਜਾ ਕੇ ਸੂਚੀ ਦਿਆਂ, ਮੈਂ ਸੂਚੀ ਕੱਢ ਕੇ ਬਹਿ ਗਿਆ ਵਿਧਾਨ ਸਭਾ 'ਚ, ਅੰਡਰਸਟੂਡ ਜਵਾਬ ਲਓ। ਹਾਂ, ਉਹਨਾਂ ਨੂੰ ਵੀ ਇਦਾਂ ਕਰਨਾ ਚਾਹੀਦਾ ਫਿਰ। ਕੈਪਟਨ ਸਾਹਿਬ ਨੂੰ ਆਲਰੇਡੀ ਬਾਹਰ ਦਾ ਰਸਤਾ ਦਿਖਾਤਾ ਹੈ, ਕੈਪਟਨ ਸਾਹਿਬ ਇਜ਼ ਆਲਰੇਡੀ ਆਊਟ ਆਫ ਦ ਗੇਮ, he is not in the Congress party anymore, BJP ਦੇ ਨਾਲ ਨੇ, so you should question the BJP. However, ਮੈਂ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਸੀਗਾ ਵੀ ਕੀ FIR ਸਟਰੋਂਗ ਹੈ, ਕੇਸ ਸਟਰੋਂਗ ਹੈ, ਕੇਸ ਸਟਰੋਂਗ ਹੋਊਗਾ ਜੇ ਭਗਵੰਤ ਮਾਨ ਸਾਹਿਬ ਗਵਾਹੀ ਦੇਣਗੇ, ਜੇ ਵਾਕਈ ਉਹਨਾਂ ਨੂੰ ਕਰਪਸ਼ਨ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਆ, this would be the best way to do it. ਦੂਜਾ, ਚਾਂਦੀ ਸਾਹਿਬ ਕਹਿੰਦੇ ਕਿ ਸਰਕਾਰ ਪਤਾ ਨਹੀਂ ਇਲੈਕਸ਼ਨ ਕਰਾਊਗੀ ਕਿ ਨਹੀਂ, ਵੀ ਇਸ਼ਤਿਹਾਰ ਪਤਾ ਨਹੀਂ ਦੇ ਸਕਾਂਗੇ ਕਿ ਨਹੀਂ। ਸਰਕਾਰ ਨਹੀਂ ਚਾਂਦੀ ਸਾਹਿਬ ਇਲੈਕਸ਼ਨ ਕਰਾਉਂਦੀ, ਇਲੈਕਸ਼ਨ ਕਮਿਸ਼ਨ ਕਰਾਉਂਦਾ, ਗੈਟ ਅ ਫੈਕਟ ਸਟ੍ਰੇਟ। ਤੀਜੀ ਗੱਲ, ਚਾਂਦੀ ਸਾਹਿਬ ਕੁਝ ਲੋਕਾਂ ਦੇ ਨਾਮ ਤਾਂ ਲੈ ਦਿੰਦੇ ਜਿਹੜੇ ਪੋਸਿਬਲੀ ਅਲੈਜਡਲੀ ਇਨਵੋਲਵਡ ਨੇ, ਜਿਹੜਾ ਤੁਹਾਨੂੰ ਲੱਗਦਾ ਹੈ, ਕਿਉਂਕਿ ਅੰਦਰ ਤਾਂ ਅੰਦਰੂਨੀ ਸੈਂਸਿਟਿਵ ਇਨਫੋਰਮੇਸ਼ਨ ਤਾਂ ਪਾਰਟੀ ਨੇ ਵਿਦਹੋਲਡ ਕਰਕੇ ਰੱਖੀ, ਦੂਜਿਆਂ ਨੂੰ ਤਾਂ ਕਹਿਣਗੇ ਕਿ ਤੁਸੀਂ ਕਰਪਸ਼ਨ ਜੇ ਕੋਈ ਕਰੇ ਤੇ ਰਿਕਾਰਡ ਕਰਕੇ ਸਾਨੂੰ ਭੇਜੋ, ਅਸੀਂ ਐਕਸ਼ਨ ਲਵਾਂਗੇ। ਲੇਕਿਨ ਭਗਵੰਤ ਮਾਨ ਸਾਹਿਬ ਦੇ ਮੂਹਰੇ ਜਦੋਂ ਕਨਫੈਸ਼ਨ ਹੋ ਰਿਹਾ ਸੀ, ਰਿਕਾਰਡ ਕਿਉਂ ਨਹੀਂ ਕੀਤਾ, ਕਿਉਂ ਨਹੀਂ ਅਥਾਰਟੀਜ਼ ਨੂੰ ਭੇਜਿਆ? ਉਹੀ ਗੱਲ ਆ ਗਈ ਨਾ ਵੀ ਕਹਿਣੀ ਤੇ ਕਥਨੀ ਦੇ ਵਿੱਚ ਬੜਾ ਫਰਕ ਆ ਜਾਂਦਾ, ਜਦੋਂ ਆਪਦੇ ਹੈ ਤੇ ਇਹ ਬਿਹੇਵੀਅਰ ਤਾਂ ਡਿਫਰੈਂਟ ਹੈ, ਡਿਮੀਨਰ ਡਿਫਰੈਂਟ ਹੈ, ਇਟ ਸ਼ੁਡ ਹੈਵ ਬੀਨ ਦ ਸੇਮ, ਲੇਕਿਨ ਫਰਕ ਹੈ। ਤੀਜਾ, ਜਿਹੜਾ ਆਮ ਆਦਮੀ ਪਾਰਟੀ ਬਾਰੇ ਕਹਿੰਦੇ ਹੁੰਦੇ ਸੀ ਨਾ ਕਿ 65 ਕੈਂਡੀਡੇਟਸ ਆਰ ਆਫ ਅ ਕ੍ਰਿਮੀਨਲ ਬੈਕਗ੍ਰਾਉਂਡ, ਅਲੈਜਡਲੀ ਵੀ ਕ੍ਰਿਮੀਨਲ ਕੇਸਿਸ ਪੈਂਡਿੰਗ ਹੈ, ਅੱਜ ਉਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਸੁਖਬੀਰ ਬਾਦਲ ਸਾਹਿਬ ਨੇ ਵੀ ਕਿਹਾ ਸੀਗਾ, ਹੋਰ ਵੀ ਲੀਡਰਸ ਨੇ ਕਿਹਾ ਸੀਗਾ ਕਿ ਇਹਨਾਂ ਦੇ ਖਿਲਾਫ ਕੇਸਿਸ ਪੈਂਡਿੰਗ ਹੈ। ਲੇਕਿਨ ਇੱਕ ਜੈਵੰਤ ਸਾਹਿਬ ਨੇ ਬੜਾ ਅੱਛਾ ਪੁਆਇੰਟ ਬੋਲਿਆ, ਕਹਿੰਦੇ BJP ਦਾ ਕੋਈ ਸਕੈਂਡਲ ਬਾਹਰ ਨਹੀਂ ਆਇਆ। ਜੈਵੰਤ ਸਾਹਿਬ ਭੁੱਲ ਗਏ ਨੇ ਕਿ ਇਹਨਾਂ ਦੇ MLAs ਦੇ ਖਿਲਾਫ ਉਹ ਤੋਂ ਵੀ ਵੱਡੇ ਕਰਪਸ਼ਨ ਤਾਂ ਹਜੇ ਇਜ਼ ਅ ਸਮਾਲ ਥਿੰਗ, ਜੋ ਤੁਹਾਡੇ MLAs ਤੇ MPs ਦੇ ਖਿਲਾਫ ਚਾਰजेस ਲੱਗੇ ਹੈ। ਫॉर एग्जांपल ਜੋ ਕਠੂਆ ਵਗੈਰਾ ਦੇ ਵਿੱਚ ਹੋਇਆ, ਜੋ ਉੱਥੇ ਲਖੀਮਪੁਰ ਹੋਇਆ, ਕਹਿੰਦੀ ਸੁਣ ਲਓ, ਜੋ ਹੋਰ ਚੀਜ਼ਾਂ ਹੋਈਆਂ ਸਭ ਨੂੰ ਪਤਾ ਹੈ, ਤੇ ਜਸਟ ਬਿਕੋਜ਼ ਸਕੈਂਡਲ ਬਾਹਰ ਨਹੀਂ ਆਇਆ ਉਹਦਾ ਇਹ ਮਤਲਬ ਨਹੀਂ ਕਿ ਸਕੈਂਡਲ ਹੋਇਆ ਨਹੀਂ। ਉਹਦਾ ਇਹ ਵੀ ਮਤਲਬ, ਉਹਦਾ ਕਾਈਂਡਲੀ KP ਜੀ ਸੁਣ ਲਓ, ਸਕੈਂਡਲ ਬਾਹਰ ਆਉਣ ਦਾ ਮਤਲਬ ਇਹ ਨਹੀਂ ਹੈ ਸਿਰਫ ਵੀ ਨਹੀਂ ਹੋਇਆ, ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਹੋਇਆ ਹੋਵੇ ਲੇਕਿਨ ਦੱਬਿਆ ਗਿਆ ਹੋਵੇ, ਬ੍ਰਸ਼ ਅੰਡਰ ਦਾ ਕਾਰਪੇਟ ਹੋਵੇ। ਕੁਝ ਹੁੰਦੇ ਆ ਲੋਕ ਜੋ ਬੜੇ ਚੰਗੀ ਤਰ੍ਹਾਂ ਸਫਾਈ ਨਾਲ ਚੀਜ਼ਾਂ ਨੂੰ ਕਰਦੇ, ਮੈਂ ਨਹੀਂ ਕਹਿੰਦਾ ਕੀਤੀ ਹੈ, ਬਟ ਇਟ ਇਜ਼ ਅ ਪੋਸਿਬਿਲਿਟੀ। ਤੇ ਨਾਲੇ ADR ਦੀ ਰਿਪੋਰਟ ਪੜ੍ਹ ਲਿਓ ਕਰਨਲ ਸਾਹਿਬ, ਤੁਹਾਨੂੰ ਪਤਾ ਲੱਗ ਜਾਊਗਾ ਕਿ ਅਰਾਊਂਡ 30% ਮੈਕਸਿਮਮ ਕ੍ਰਿਮੀਨਲ ਕੇਸਿਸ ਵਾਲੇ ਲੋਕ ਤੁਹਾਡੀ ਪਾਰਟੀ ਦੇ ਵਿੱਚ ਹੈ, ਜੋ ਇਲੈਕਟਿਡ ਲੀਡਰਸ ਨੇ, ਮੈਨੀ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਪਬਲਿਕ। ਠੀਕ ਡਾਟਾ ਕਰ ਹੁਣ ਇਹ ਮੈਂ ਆ ਰਿਹਾ ਕਰਨ ਜਾ, ਮੈਂ ਆ ਰਿਹਾ ਇਹ KP ਸਿੰਘ ਜੀ, ਮੈਨੂੰ ਇਹਦਾ ਜਵਾਬ ਦੇਣਾ ਪਏਗਾ। ਹਾਂ, ਹੁਣ ਫਿਰ ਤੁਸੀਂ ਆਪਦੀ ਪੋਲਿਟਿਕਸ ਵਿੱਚ ਘੁੰਮ ਜਾਓਗੇ ਸਾਰਾ, ਆਪਾਂ ਇਸ਼ੂ ਡੀਰੇਲ ਕਰ ਲਾਂਗੇ। नहीं, मैं एक सेकंड लवांगा। मैं बस एडा ही कहना है कि कांग्रेस इज अ स्कैंडल रिटन पार्टी। अगर वो स्कैंडल रिटन ना होंदी ते वो इस तरीके दे नाल उस वेले ना निकलदी। तुहानू पता ही है मनमोहन सिंह दी गवर्नमेंट दे टाइम दे उत्ते किन्ने क वड्डे करप्शन चार्जेस लगे सीगे। मैं तुहाडी डिबेट खराब नहीं करनी चाहता। मैनू नहीं लगदा कि हरप्रीत जी नू इस गल नू इस वेले इस तरीके दे नाल लेके आना चाहिदा सी। आई थिंक इट इज अ वेरी सैड डिबेट। चलो खड़याल साहब आप थोड़ा बाहर आ जाइए ऑन 2G तो बाहर आ जाइए, थोड़ा बाहर आ जाइए। बोले छाननी की बोले ठीक, एक मिनट, स्कैंडल तो भी आगे है, क्राइम रिटर्न, ये ਤੁਹਾਨੂੰ ਪਤਾ ਹੋਣਾ चाहिए। ठीक आप थोड़ा रुक जाइए प्लीज। ਹੁਣ ਡਟ ਕਰ ਹੁਣ ਮੈਂ ਤਾਂ ਚਾਹੁੰਦਾ ਸੀਗਾ ਵੀ ਤੁਸੀਂ ਕਾਂ ਮਾਰਨ ਦੀ ਗੱਲ ਵਾਰ-ਵਾਰ ਕਹੀ ਜਾਂਦੇ ਹੋ, ਕਾਂ ਟੰਗ ਤਾਂ ਡਟ ਕਰਕੇ ਜਿਹੜੀ ਪੋਲੀਟੀਕਲ ਕਲਾਸ ਹੈ ਇਹਦੇ ਵਿੱਚ ਐਗਜ਼ਾਮਪਲ ਸੈੱਟ ਨਹੀਂ ਕਰ ਪਾ ਰਹੀ ਆਮ ਆਦਮੀ ਪਾਰਟੀ। ਮੈਨੂੰ ਉਹ ਲੱਗਦਾ ਪਿਆ ਡਟ ਕਰ, ਜਾਂ ਮੈਂ ਗਲਤ ਸੋਚਦਾ ਪਿਆ? ਦੇਖੋ ਗੱਲ ਇਹ ਹੈ ਵੀ ਜੇ ਤਾਂ ਐਗਜ਼ਾਮਪਲ ਸੈੱਟ ਕਰਨ ਦੀ ਵੀ ਨਹੀਂ ਕਰ ਰਹੀ, ਨਾ ਕਰ ਰਹੀ, ਉਹ ਤਾਂ ਆਮ ਆਦਮੀ ਪਾਰਟੀ ਵਾਲੇ ਦੱਸਣਗੇ। ਮੈਂ ਤਾਂ ਇਹਦੇ ਪਬਲਿਕ ਮੈਨ ਕਹਿਣਾ ਵੀ ਇਹ ਗੱਲ ਠੀਕ ਹੈ, ਆਪਦਿਆਂ ਨੂੰ ਕੋਈ ਨਹੀਂ ਫੜਨ ਨੂੰ ਤਿਆਰ ਹੁੰਦਾ। ਹਮੇਸ਼ਾ ਕਾਰਪੋਰੇਟ ਸੱਟੇ ਸੁੱਟਦੇ ਨੇ। ਮੈਂ ਮਹਿਕਮੇ 'ਚ ਕੰਮ ਕਰਦਾ ਰਿਹਾ ਤੇ ਸਾਡੇ ਜਿਹੜਾ ਮਹਿਕਮਾ ਅਕਾਲੀ BJP ਸਰਕਾਰ 'ਚ ਹਮੇਸ਼ਾ BJP ਵਾਲਿਆਂ ਨੂੰ ਮਿਲਦਾ ਰਿਹਾ ਤੇ ਮੈਨੂੰ ਪਤਾ ਕੀ ਕੁਛ ਹੁੰਦਾ ਰਿਹਾ। ਮੈਨੂੰ ਪਤਾ ਉਹਦਾ ਮੈਨੂੰ ਖਮਿਆਜਾ ਵੀ ਭੁਗਤਣਾ ਪੈਂਦਾ ਰਿਹਾ। ਮੈਨੂੰ ਪਤਾ ਹੈ ਕੀ ਹੁੰਦਾ ਰਿਹਾ, ਕਿਵੇਂ ਕਰਦੇ ਰਹੇ ਨੇ, ਕੀ ਕੁਛ ਉਹ ਫਿਰ ਜਿਹੜਾ ਵਿਰੋਧ ਕਰਦਾ ਸੀ। ਮੈਂ ਕੋਈ ਕਾਂਗਰਸ ਦੀ ਤਾਰੀਫ ਨਹੀਂ ਕਰ ਰਿਹਾ। ਕਾਂਗਰਸ ਨੇ ਕਦੇ ਇਸ ਤਰੀਕੇ ਨਾਲ ਸਿਰਫ ਇੱਕ ਵਾਰੀ ਸਾਡੇ ਨਾਲ ਪੰਗਾ ਲੈ ਕੇ ਸਾਨੂੰ ਬੜਾ ਸਾਡੀ ਸਜ਼ਾ ਦਿੱਤੀ, ਹੋਰ ਕਰਿਆ, ਦੇ ਦੇਣ ਸਜ਼ਾ। ਧੱਕਾ ਕੋਈ ਵੀ ਕਰ ਸਕਦਾ ਪਰ ਅਦਰਵਾਈਜ਼ ਕਾਂਗਰਸ ਦੇ ਵਿੱਚ ਕੋਈ ਨਾ ਕੋਈ, ਚਾਹੇ ਮੁੱਖ ਮੰਤਰੀ ਚਾਹੇ ਥੱਲੇ, ਇਹਨਾਂ ਦੇ ਵੀ ਅਕਾਲੀਆਂ ਦੇ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਸੁਣਦੇ ਸੀ। ਫਿਰ
ਜਦ ਅਸੀਂ ਜਾ ਕੇ ਦੱਸਦੇ ਸੀ ਵੀ ਜੀ ਆਹ ਹੋ ਰਿਹਾ ਹੈ। ਇਹ ਐ ਨਹੀਂ ਹੈ ਵੀ ਮਹਿਕਮੇ ਦੇ ਵਿੱਚ ਮੈਡੀਕਲ ਐਜੂਕੇਸ਼ਨ ਮਹਿਕਮੇ 'ਚ ਕੀ ਕੁਝ ਹੁੰਦਾ ਹੈ, ਜਿੱਦਾਂ ਕਦੇ ਚਾਹੋਗੇ ਉਹਦੇ ਚਿੱਠੇ ਸਾਹਮਣੇ ਨੇ, ਇਹ ਤਾਂ ਕੋਈ ਦੋ ਰਾਹ ਹੀ ਨਹੀਂ ਹੈ। ਤੇ ਉਹਦੇ ਵਿੱਚ ਕਿੰਨਾ ਉਹਨਾਂ ਨੇ ਫਿਰ ਨਿੱਕੀ ਨਿੱਕੀ ਗੱਲ ਦੇ ਉੱਤੇ ਚਿੱਠੀਆਂ ਲਿਖ ਦੇਣੀਆਂ ਵੀ ਆਹ ਫਾਈਲ ਤੁਸੀਂ ਲੇਟ ਕਰਤੀ, ਆਹ ਫਲਾਣੇ ਦਿਨ ਦਸਤਖਤ ਕਿਵੇਂ ਕਰੇ, ਇਹੋ ਜਿਹੀਆਂ ਚਿੱਠੀਆਂ ਕੱਢਦੇ ਰਹੇ ਨੇ। ਗੱਡੀ ਨਹੀਂ ਤੁਸੀਂ ਲੈ ਕੇ ਜਾਣੀ ਡਿਊਟੀ ਦੇ ਉੱਤੇ, ਸੁਪਰੀਮ ਕੋਰਟ ਜਾਣਾ। ਮਤਲਬ ਇਹ ਗੱਲਾਂ ਆਪਾਂ ਛੱਡੀਏ, ਬਹੁਤ ਕੁਝ ਹੁੰਦਾ ਰਿਹਾ। ਉਹ ਇਹ ਕਰਨਲ ਸਾਹਿਬ ਦੇਖ ਲੈਣ ਆਪਦੀ ਸਰਕਾਰ ਵੇਲੇ, ਕਿਉਂਕਿ 15 ਸਾਲ ਤਾਂ ਪਿਛਲੇ 30 ਸਾਲਾਂ 'ਚ ਉਹੀ ਰਹੇ ਨੇ, ਤੇ ਮੰਤਰੀ ਵੀ ਇਹਨਾਂ ਦੇ ਰਹੇ ਨੇ। ਮੰਤਰੀ ਇਹਨਾਂ ਦੇ ਜਿਹੜੇ ਇਮਾਨਦਾਰ ਸੀਗੇ, ਜਿਨ੍ਹਾਂ ਦਾ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਨੇ, ਉਹ ਲక్ష్ਮੀਕਾਂਤ ਚਾਵਲਾ ਸੀਗੇ, ਜਿਨ੍ਹਾਂ ਨੇ ਕੋਸ਼ਿਸ਼ ਕਰੀ ਕਿ ਮੈਂ ਮਹਿਕਮੇ ਨੂੰ ਸੁਧਾਰਨਾ। ਇਹ ਗੱਲ ਵੱਖਰੀ ਹੈ, ਉਹਨਾਂ ਨਾਲ ਵੀ ਸਾਡੇ 100 ਮਤਭੇਦ ਸੀਗੇ, ਅਸੀਂ ਉਹਨਾਂ ਨਾਲ ਐਗਰੀ ਨਹੀਂ ਕਰਦੇ ਸੀ, ਪਰ ਉਹ ਇਮਾਨਦਾਰ ਜ਼ਰੂਰ ਰਹੇ ਨੇ ਔਰ ਉਹਨਾਂ ਨੇ ਆਪਦੇ ਵੱਲੋਂ ਕੰਮ ਕਰਦੇ ਰਹੇ ਨੇ। ਉਹਦੇ ਉੱਤੇ ਫਿਰ ਉਹਨਾਂ ਦਾ ਜੋ ਆਈਡੀਓਲੋਜੀ ਉਹਦੇ ਹਿਸਾਬ ਨਾਲ ਹੀ ਜ਼ਿਆਦਾ ਚੱਲਦੇ ਸੀ। ਤੇ ਸਰਜੀਤ ਜਿਆਨੀ, ਮਦਨ ਮੋਹਨ ਮਿੱਤਲ, ਇਹਨਾਂ ਦੇ ਵੇਲੇ ਕੁਝ ਹੋਇਆ? ਸਰਜੀਤ ਜਿਆਨੀ, ਮਦਨ ਮੋਹਨ ਮਿੱਤਲ, ਇਹਨਾਂ ਦੇ ਵੇਲੇ ਕੁਝ ਹੋਇਆ? ਦੇਖੋ ਜੀ, ਜਿਹੜਾ ਕੁਝ ਹੁੰਦਾ ਰਿਹਾ ਇਹ ਸਭ ਨੂੰ ਪਤਾ ਹੈ। ਮਦਨ ਮੋਹਨ ਮਿੱਤਲ ਜੀ ਵੇਲੇ ਕੋਈ ਇਸ ਤਰ੍ਹਾਂ ਦਾ ਨਹੀਂ ਹੋਇਆ, ਕਿਉਂਕਿ ਮੈਂ ਉਦੋਂ ਐਗਜ਼ੈਕਟਿਵ ਡਾਇਰੈਕਟਰ ਰਿਹਾ, ਮੇਰੇ ਸਾਹਮਣੇ ਕੋਈ ਗੱਲ ਨਹੀਂ ਆਈ। ਐਵੇਂ ਕਹਿੰਦਾ ਮੈਂ, ਜਾਨੀ ਸਾਹਿਬ ਬੜੇ ਮਿਹਨਤ ਨਾਲ ਕੋਸ਼ਿਸ਼ ਕਰਦੇ ਸੀਗੇ। ਉਹਨਾਂ ਨੂੰ ਮੈਂ ਪੀਟੀਸੀ ਤੇ ਓਪਨਲੀ ਸਾਹਮਣੇ ਕਿਹਾ ਸੀ, ਉਹੀ ਅਧਿਕਾਰੀ ਅੱਜ ਵੀ ਹੈ ਮੈਡੀਕਲ ਐਜੂਕੇਸ਼ਨ 'ਚ, ਵੀ ਇਹਨਾਂ ਤੋਂ ਇੱਕ ਅਧਿਕਾਰੀ ਤੋਂ ਬਿਨਾਂ ਕੋਈ ਮਿਲਦਾ ਨਹੀਂ। ਉਹੀ ਡਰੱਗ ਦਾ ਇੰਚਾਰਜ, ਉਹੀ ਫੂਡ ਦਾ। ਸਰੋਂ ਦੇ ਤੇਲ ਦੇ ਉੱਤੇ ਕਪੂਰਥਲੇ ਦੇ ਇੱਕ ਵਪਾਰੀ ਨੇ ਜਾ ਕੇ ਹਾਈ ਕੋਰਟ 'ਚ ਬੋਤਲਾਂ ਪੇਸ਼ ਕਰੀਆਂ ਸਨ ਵੀ ਖਰਾਬਗੀ ਕੀ ਹੁੰਦੀ ਹੈ, ਤੇ ਉਸ ਕਮਿਸ਼ਨਰ ਨੇ ਉਹਨੂੰ ਬੁਲਾ ਕੇ ਕਿਹਾ ਵੀ ਹੋਰ ਕਰ ਲੈ ਕੇਸ, ਮੇਰੇ ਤਾਂ ਪੈਸੇ ਹੀ ਬਣਨੇ ਨੇ ਜੀ। ਸੋ ਇਹ ਅਕਾਲੀ ਬੀਜੇਪੀ ਸਰਕਾਰ ਵੇਲੇ ਦੀ ਗੱਲ ਹੈ। ਚਲੋ ਹਾਈ ਕੋਰਟ 'ਚ ਕੇਸ ਚੱਲ ਰਿਹਾ। ਫੂਡ ਅਡਲਟਰੇਸ਼ਨ, ਡਰੱਗ ਅਡਲਟਰੇਸ਼ਨ, ਡਰੱਗ ਦੇ ਵਿੱਚ ਗੜਬੜ, ਘਟੀਆ ਸਮਾਨ ਖਰੀਦਾ ਜਾਣਾ ਨੋਨ ਹੈ। ਇਸ ਕਰਕੇ ਆਪਾਂ ਇਹਦੇ ਪਾਸੇ ਮੈਂ ਤਾਂ ਨਹੀਂ ਜਾਣਾ ਚਾਹੁੰਦਾ ਸੀ। ਜਾਨੀ ਸਾਹਿਬ ਨੇ ਜਿੰਨਾ ਕੋਸ਼ਿਸ਼ ਕਰੀ ਆਪਦੇ ਵੱਲੋਂ ਠੀਕ ਕਰਨ ਦੀ ਕੋਸ਼ਿਸ਼ ਕਰੀ। ਮਦਨ ਮੋਹਨ ਮਿੱਤਲ ਜੀ ਨਾਲ ਵੀ ਮੇਰਾ ਕੋਈ ਨੈਗੇਟਿਵ ਤਜਰਬਾ ਨਹੀਂ ਹੈ, ਫਰੈਂਕਲੀ ਸਪੀਕਿੰਗ, ਕਿਉਂਕਿ ਉਹਨਾਂ ਨੇ, ਮੈਂ ਉਦੋਂ ਐਗਜ਼ੈਕਟਿਵ ਡਾਇਰੈਕਟਰ ਸੀਗਾ ਤੇ ਕੈਂਸਰ ਦਾ ਅਸੀਂ ਸਰਵੇ ਕਰਿਆ ਸੀ, ਤੇ ਮੇਰੇ ਸਾਹਮਣੇ ਕੁਝ ਨਹੀਂ। ਇਸ ਕਰਕੇ ਮੈਂ ਐਵੇਂ ਕਹਿੰਦਾ, ਜਿਹੜੀ ਅਸੀਂ ਪ੍ਰਪੋਜ਼ਲ ਕਹਿੰਦੇ ਸੀ ਵੀ ਆਹ ਹੋ ਸਕਦਾ ਪੋਸੀਬਿਲਿਟੀ, ਉਹ ਪੁੱਛਦੇ ਵੀ ਸੀਗੇ। ਤੇ ਬਾਕੀ ਪਰ ਸਾਡੇ ਸਾਹਮਣੇ ਕਈ ਗੱਲਾਂ ਹੈਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ। ਲਾਸਟ ਗੱਲ ਮੈਂ ਕਹਾਂਗਾ, ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿੱਦੇ ਤੁਹਾਡੀ ਕਰਪਸ਼ਨ ਨੰਗੀ ਹੋ ਜੇ ਉਦੋਂ ਹੀ ਤੁਸੀਂ ਕਰਪਸ਼ਨ ਕਰਦੇ ਮੰਨੋ ਜਾਓਗੇ। ਜੇ ਲੁਕੀ ਪਰਦਾ ਪਿਆ ਹੈ, ਜੇ ਦਰੀ ਦੇ ਥੱਲੇ ਸਭ ਕੁਝ ਪਿਆ ਹੈ, ਇਹਦਾ ਮਤਲਬ ਇਹ ਨਹੀਂ ਵੀ ਉੱਥੇ ਕੂੜਾ ਹੈ ਨਹੀਂ ਜਾਂ ਉੱਥੇ ਅੱਗ ਹੈ ਨਹੀਂ। ਇਹ ਨਹੀਂ। ਬਹੁਤ ਵੱਡਾ ਸਵਾਲ ਖੜਾ ਕਰਤਾ ਡਾਟਾ ਕਰ, ਬਹੁਤ ਵੱਡਾ ਸਵਾਲ ਖੜਾ ਕਰਤਾ। ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਵਜ਼ੀਰੀ ਗਈ, ਗ੍ਰਿਫਤਾਰੀ ਵੀ ਹੋਗੀ, ਹੁਣ ਅੱਗੇ ਕੀ ਹੋਵੇਗਾ? ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਵੀ ਜਾਊਗੀ, MLA-ਸ਼ਿਪ ਵੀ ਜਾਊਗੀ, ਕੀ ਹੋਊਗਾ ਇਸ ਪੂਰੇ ਕੇਸ ਦਾ? ਇਹ ਕੇਸ ਸਟੈਂਡ ਕਿੰਨਾ ਕਰਦਾ ਅਦਾਲਤੀ ਕਾਰਵਾਈਆਂ ਦੇ ਵਿੱਚ? ਮੀਡੀਆ ਵਿੱਚ ਤਾਂ ਬਹੁਤ ਵੱਡਾ ਸਟੈਂਡ ਕਰ ਗਿਆ, ਵਿਰੋਧੀ ਪਾਰਟੀਆਂ ਕਹਿ ਰਹੀਆਂ। ਵਾਪਸ ਆ ਰਹੇ ਹਾਂ। ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਹੇ ਹਾਂ, ਉਹਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰ ਰਹੇ ਹਾਂ ਤੇ ਤੁਰੰਤ ਪੁਲਿਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇ। ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਗਲਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਕਮਿਸ਼ਨ ਅਕਾਊਂਟ 'ਚ ਕੈਬਨਿਟ ਮੰਤਰੀ ਦੇ ਐਕਸ਼ਨ ਲੈ ਕੇ ਭਗਵੰਤ ਮਾਨ ਨੇ ਭਵਿੱਖ ਲਈ ਕਿਹੜਾ ਰਾਹ ਦਿਖਾਇਆ? ਰਮਨ ਚਾਂਦੀ ਜੀ, ਇਸ ਪੂਰੇ ਮਾਮਲੇ ਦੇ ਵਿੱਚ ਕਿੰਨੀ ਸਜ਼ਾ ਹੋ ਸਕਦੀ ਹੈ? ਕੁਛ ਇਸ ਬਾਬਤ ਪਾਰਟੀ ਨੇ ਕੁਝ ਸੋਚਿਆ? ਕਿਉਂਕਿ ਆਮ ਆਦਮੀ ਪਾਰਟੀ ਆਪ ਵੀ ਕਹਿੰਦੀ ਹੈ ਕਿ ਅਸੀਂ ਖੁਦ ਵੀ ਐਕਸ਼ਨ ਲਵਾਂਗੇ। ਤੁਸੀਂ ਕੀ ਐਕਸ਼ਨ ਲੈਣ ਜਾ ਰਹੇ ਹੋ ਰਮਨ ਚਾਂਦੀ? ਦੇਖੋ, ਐਕਸ਼ਨ ਦੀ ਗੱਲ ਇਦੋਂ ਵੱਡੀ ਕੀ ਹੋਏਗੀ ਕਿ ਇੱਕ ਮੰਤਰੀ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਕੇ ਉਹ ਤੇ ਕਾਰਵਾਈ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਪਰਚਾ ਕਰਾ ਕੇ ਉਹਨੂੰ ਅਰੈਸਟ ਕੀਤਾ। ਜੇ ਉਹਨਾਂ ਨੇ ਨਿਰਦੇਸ਼ ਦਿੱਤੇ ਅਧਿਕਾਰੀਆਂ ਨੂੰ ਤਾਂ ਇਹ ਸਾਰਾ ਕੁਝ ਹੋਇਆ। ਨੰਬਰ 2, ਦੇਖੋ ਪਾਰਟੀ ਤੋਂ ਤਾਂ ਆਪਣੇ ਹੁਣ ਇੱਕ ਪਾਸੇ ਹੀ ਹੋ ਗਏ। ਪਾਰਟੀ ਦਾ ਹਿੱਸਾ ਤਾਂ ਕਦੇ ਬਣ ਹੀ ਨਹੀਂ ਸਕਦੇ ਆਪਣੇ ਕਰਪਟ, ਚਾਹੇ ਕੋਈ ਵੀ ਵਿਧਾਇਕ ਹੋਵੇ, ਚਾਹੇ ਕੋਈ ਵੀ ਮੰਤਰੀ ਹੋਵੇ। ਰਹੀ ਗੱਲ, ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ ਇਸੇ ਡਿਬੇਟ ਦੇ ਵਿੱਚ ਹੋਈਆਂ। ਦੇਖੋ, ਆਪਣੇ ਵਕੀਲ ਸਾਹਿਬ ਬੈਠੇ ਨੇ, ਬੜੇ ਸਿਆਣੇ ਨੇ ਮੇਰੇ ਛੋਟੇ ਵੀਰ, ਮੈਨੂੰ ਇਹ ਦੱਸਣ ਕਿ ਮਜੀਠੀਆ ਜੀ ਤੇ ਪਰਚਾ ਕੀਤਾ ਦਰਜ। ਵੀਰ ਜੀ, ਕੀ ਮਜੀਠੀਆ ਜੀ ਇਕੱਲੇ ਹੀ ਸੀ ਪੰਜਾਬ ਦੇ ਵਿੱਚ? ਤੁਹਾਨੂੰ ਹੋਰ ਕੋਈ ਨਹੀਂ ਦਿਖਿਆ ਕਿ ਕਿੱਡਾ ਸਕੈਂਡਲ ਸੀ ਉਹਦੇ ਵਿੱਚ? ਕੌਣ ਨੇ? ਇਹ ਸਾਰਾ ਕੁਝ ਜੋ ਕੁਝ ਤੁਸੀਂ ਇੱਥੇ ਬੋਲਦੇ ਹੋ ਸਿਰਫ ਲੋਕਾਂ ਨੂੰ ਗਮਰਾਹ ਕਰਨ ਲਈ ਆ। ਜੋ ਕੁਝ ਅੱਜ ਮਾਨ ਸਾਹਿਬ ਨੇ ਕਾਰਵਾਈ ਕਰਕੇ ਮੀਲ ਪੱਥਰ ਸਾਬਤ ਕਰਤਾ, ਇਹ ਇਤਿਹਾਸ ਹੈ ਆਉਣ ਵਾਲੇ ਸਮੇਂ ਲਈ ਵੀ। ਪਹਿਲਾਂ ਤੁਹਾਡੀਆਂ ਸਰਕਾਰਾਂ ਤੋਂ ਜਾਂ ਤੁਹਾਡੇ ਮਾਨਯੋਗ ਮੁੱਖ ਮੰਤਰੀਆਂ ਤੋਂ ਕੁਝ ਵੀ ਨਹੀਂ ਹੋਇਆ। ਠੀਕ, ਨੰਬਰ 2, ਰਮਨ ਚਾਂਦੀ, ਇੱਕ 10 ਸੈਕਿੰਡ ਜੀ, ਕੇ ਵੀ 10 ਸੈਕਿੰਡ। ਬੋਲੋ। ਧੜੇ ਦੇ ਵਿੱਚ ਜਾਂ ਸਰਕਾਰਾਂ ਦੇ ਵਿੱਚ ਜੇ ਬਹੁ ਗਿਣਤੀ
ਕਰਪਟ ਆਦਮੀਆਂ ਦੀ ਹੋਵੇ ਤਾਂ ਉਹ ਸਾਰਾ ਧੜਾ ਕਰਪਟ ਮੰਨਿਆ ਜਾਂਦਾ। ਜਿਵੇਂ ਇਹ ਗੱਲਾਂ ਕਰਦੇ ਨੇ ਕਿ ਸਾਡੇ ਇਮਾਨਦਾਰ ਨੇ ਸਾਰੇ, ਸਾਡੇ 'ਚ ਕਦੇ ਕੋਈ ਪੈਦਾ ਨਹੀਂ ਹੋਇਆ। ਇਹਦਾ ਇੱਕ ਪਹਿਲੂ ਇਹ ਵੀ ਨਿਕਲਦਾ ਕਿ ਜ਼ਿਆਦਾ ਕਰਪਟ ਹੋਣ ਨਾਲ ਸਾਰੇ ਵਿਧਾਇਕ, ਸਾਰੇ ਮੰਤਰੀ ਇਕਜੁੱਟ ਹੋ ਕੇ ਕੋਈ ਕਾਰਵਾਈ ਹੋਣ ਹੀ ਨਹੀਂ ਦਿੰਦੇ। ਇਹ ਧਿਆਨ ਰੱਖਿਓ, ਤੁਹਾਡੀਆਂ ਸਰਕਾਰਾਂ ਇਹ ਕੁਝ ਕਰਦੀਆਂ ਰਹੀਆਂ ਨੇ। ਬਹੁਤ ਵੱਡਾ ਸਵਾਲ ਰਮਨ ਚੰਦ ਕਰਕੇ ਆ ਤੁਸੀਂ। ਰਮਨ ਚੰਦ, ਇਹ ਬਹੁਤ ਵੱਡਾ ਸਵਾਲ ਹੈ, ਲੋਬਿੰਗ ਹੁੰਦੀ ਹੈ। ਰਮਨ ਚੰਦ, ਮੇਰਾ ਸਵਾਲ ਇੱਕ ਹੋਰ ਹੈ ਕਿ ਜਿਹੜੇ 10 ਟੋਟਲ ਤੁਸੀਂ ਸਾਰੇ ਮੰਤਰੀ ਬਣਾਏ ਸੀਗੇ, ਕੋਈ ਹੋਰ ਮੰਤਰੀ ਰਡਾਰ ਤੇ ਤਾਂ ਨਹੀਂ ਹੈਗਾ ਜਾਂ ਦੱਸਣਾ ਨਹੀਂ ਅੱਜ? ਨਹੀਂ, ਰਡਾਰ ਤੇ ਦੇਖੋ ਕੇਪੀ ਜੀ ਕੋਈ ਵੀ ਨਹੀਂ ਹੈ, ਕੋਈ ਇਹੋ ਜੀ ਗੱਲ ਨਹੀਂ ਹੈ। ਇੱਕ ਕੁਐਸਚਨ ਮੈਨੂੰ ਪਹਿਲਾਂ ਡਿਬੇਟ ਦੇ ਵਿੱਚ ਉੱਠਿਆ ਸੀ, ਉਹ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ 2 ਮਹੀਨੇ ਪਹਿਲਾਂ ਵਿਜੇ ਸਿੰਗਲਾ ਜੀ ਇਮਾਨਦਾਰ ਸੀ, ਅੱਜ ਕਰਪਟ। ਦੇਖੋ ਕਿ ਸਿਆਣੇ ਗਰਗ ਸਾਹਿਬ ਬੈਠੇ ਨੇ, ਮਾਇਆ ਬਹੁਤ ਵੱਡੀ ਚੀਜ਼ ਹੈ, ਮਾਇਆ ਵੱਡੇ ਵੱਡਿਆਂ ਦਾ ਮਨ ਹਿਲਾ ਦਿੰਦੀ ਹੈ। ਸੋ ਇਸ ਕਰਕੇ ਚੰਗੇ ਚੰਗੇ ਇਤਿਹਾਸ ਨੇ ਕਿ ਇਮਾਨਦਾਰ ਲੋਕ ਵੀ ਭ੍ਰਿਸ਼ਟਾਚਾਰ 'ਚ ਲਿਪਤ ਹੋ ਜਾਂਦੇ ਨੇ। ਚਲੋ ਇਹ ਕੋਈ ਜ਼ਰੂਰੀ ਨਹੀਂ ਹੈ। ਚਲੋ ਇੱਕ ਆਖਰੀ ਸਵਾਲ ਕਰਦਾ ਰਮਨ ਚੰਦ, ਫਿਰ ਬਾਕੀ ਮਾਨਾਂ ਕੋਲ ਜਾਣਾ, ਇੱਕ ਮਿੰਟ ਉਹਨਾਂ ਨੂੰ ਦੇਣਾ ਮੈਂ। ਰਮਨ ਚੰਦ ਜੀ, ਤੁਸੀਂ ਕਿਹਾ ਸੀ 10 ਦਿਨਾਂ ਵਿੱਚ ਕਰਪਸ਼ਨ ਮੁੱਕ ਗਈ, 20 ਦਿਨਾਂ ਵਿੱਚ ਮੁੱਕ ਗਈ, ਹੁਣ ਤੁਸੀਂ ਪ੍ਰਚਾਰ ਕਰਨ ਜਾਓਗੇ, ਉੱਥੇ ਕੀ ਕਹੋਗੇ? 66 ਦਿਨਾਂ ਵਾਲੇ ਮੰਤਰੀ ਸਾਹਿਬ ਭੇਜਤੇ, ਹੁਣ ਕੀ ਕਹੋਗੇ ਤੁਸੀਂ? ਨਹੀਂ ਦੇਖੋ, ਆਮ ਆਦਮੀ ਪਾਰਟੀ ਦਾ ਇੱਕੋ ਹੀ ਨਾਰਾ ਰਹੇਗਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ। ਉਸ ਦੇ ਵਿੱਚ ਆਮ ਆਦਮੀ ਪਾਰਟੀ ਕਦਮ ਦਰ ਕਦਮ ਅੱਗੇ ਵਧ ਰਹੀ ਹੈ। ਮੇਰਾ ਸਵਾਲ ਹੋਰ ਸੀਗਾ, ਤੁਸੀਂ ਕਿਹਾ ਸੀ 10 ਦਿਨ ਚ ਮੁੱਕ ਗਈ, 20 ਦਿਨ ਚ ਮੁੱਕ ਗਈ, ਹੁਣ ਕੀ ਕਹੋਗੇ ਜਾ ਕੇ? ਦੇਖੋ ਹੁਣ ਵੀ ਇਹੀ ਕਹਾਂਗੇ ਕਿ ਪੰਜਾਬ ਹੈ ਜਿਹੜਾ ਭ੍ਰਿਸ਼ਟਾਚਾਰ ਮੁਕਤ ਹੋ ਰਿਹਾ ਹੌਲੀ ਹੌਲੀ। 5 ਸਾਲ ਦਾ ਸਾਡੇ ਕੋਲ ਸਮਾਂ ਪਿਆ, ਅਸੀਂ ਬਿਲਕੁਲ ਭ੍ਰਿਸ਼ਟਾਚਾਰ ਮੁਕਤ ਕਰਾਂਗੇ। ਚਲੋ ਮੈਂ ਤੁਹਾਡਾ ਸਵਾਗਤ ਕਰਦਾ। ਤੁਸੀਂ ਇਹ ਕਿਹਾ ਭ੍ਰਿਸ਼ਟਾਚਾਰ ਮੁਕਤ ਹੋ ਰਿਹਾ ਹੌਲੀ ਹੌਲੀ, ਤੁਸੀਂ ਇਹ ਨਹੀਂ ਕਹੋਗੇ ਭ੍ਰਿਸ਼ਟਾਚਾਰ ਮੁਕਤ ਹੋ ਗਿਆ? ਸਾਹਿਬ ਨੂੰ ਕੁਝ ਵੀ ਕਰਨਾ ਪਵੇ। ਚਲੋ, ਕਰਨਲ ਜੈਬਲ ਸਿੰਘ, ਲਾਸਟ ਕਮੈਂਟ ਤੁਹਾਡਾ। ਕਰਨਲ ਜੈਬਲ ਸਿੰਘ, ਹੁਣ ਇਸ ਪੂਰੀ ਗਤੀਵਿਧੀ ਤੇ ਨਜ਼ਰ ਰੱਖੀ ਜਾਵੇ ਜਾਂ ਤੁਸੀਂ ਜਿਸ ਤਰੀਕੇ ਕਿਹਾ ਕਿ ਮੀਡੀਆ ਵਿੱਚ ਇੱਕ ਮੁੱਦਾ ਬਣ ਗਿਆ, ਬਸ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ? ਕਰਨਲ ਜੈਬਲ ਸਿੰਘ ਜੀ, ਮੇਰਾ ਲਾਸਟ ਕਮੈਂਟ ਤੇ ਬਿਲਕੁਲ ਅਕੈਡਮਿਕ ਤੇ ਇੰਟੈਲੈਕਚੁਅਲ ਹੋਏਗਾ। ਇਹਦੇ ਚ ਮੈਂ ਇਹ ਕਹਿਣਾ ਕਿ ਭਗਵੰਤ ਮਾਨ ਸਾਹਿਬ ਜੀ ਨੂੰ ਲੋਕਾਂ ਨੂੰ ਸਕੇਪਗੋਟ ਬਣਾਉਣ ਦੀ ਜਗ੍ਹਾ ਉਹਨਾਂ ਨੂੰ ਆਪਣੇ ਸਿਸਟਮਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੋ PL ਗਰਗ ਜੀ ਨੇ ਕਿਹਾ, ਜੋ ਦੂਸਰੀ ਪਹਿਲੀ ਵਾਲੀ ਸਰਕਾਰਾਂ ਦੇ ਕੋਲ ਨਹੀਂ ਹੋਇਆ, ਉਹ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਗਰ ਉਹਨਾਂ ਦੇ ਟੌਪ 9 ਦੇ ਵਿੱਚ ਇੱਕ ਕਰਪਟ ਆਦਮੀ ਹੈ ਤੇ ਬਾਕੀ 92 ਦੇ ਵਿੱਚ ਹੋਰ ਕਿੰਨੇ ਹੋ ਸਕਦੇ ਨੇ। ਤੇ ਉਹਨਾਂ ਨੂੰ ਮੈਂ ਇਹ ਵੀ ਯਾਦ ਕਰਾ ਦਾਂ ਕਿ ਕਰਪਸ਼ਨ ਹਜੇ ਤੱਕ ਮਾਈਨਿੰਗ 'ਚ ਵੀ ਹੈ, ਡਰੱਗ ਦੇ ਕਿੰਗਪਿਨਸ ਚੱਲ ਰਹੇ ਨੇ, ਲੈਂਡ ਗ੍ਰੈਬ ਦੇ ਬਹੁਤ ਕੇਸਿਸ ਆ ਰਹੇ ਨੇ, ਪੁਲਿਸ ਦੀ ਧੱਕਾਸ਼ਾਹੀ ਦਾ ਬਹੁਤ ਕੇਸਿਸ ਆ ਰਹੇ ਨੇ, ਲੋਕਾਂ ਨੂੰ ਫੜਿਆ ਜਾ ਰਿਹਾ ਹੈ, ਗੁੰਡਾਗਰਦੀ ਬਹੁਤ ਹੋ ਰਹੀ ਹੈ। ਇਹਦਾ ਮਤਲਬ ਕਿ ਭਗਵੰਤ ਮਾਨ ਸਾਹਿਬ ਹੈਜ਼ ਹਿਜ਼ ਹੈਂਡਸ ਫੁੱਲ, ਉਹਨਾਂ ਕੋਲ ਏਡੇ ਜੇਲ੍ਹ ਵੀ ਨਹੀਂ ਹੋਣਗੇ ਅਗਰ ਇਹਨਾਂ ਸਾਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਨ। ਤੇ ਮੈਂ ਚਾਹਾਂਗਾ ਕਿ ਉਹ ਜਿਹੜਾ ਉਹਨਾਂ ਨੇ ਪੇਸ ਰੱਖਿਆ ਉਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਨ, ਜਿਹਦੇ ਵਿੱਚ ਪੂਰਾ ਪੰਜਾਬ ਉਹਨਾਂ ਦਾ ਸਾਥ ਦੇਗਾ। ਚਲੋ, ਅਰਸ਼ਪੀ ਖੜਿਆਲ, ਤੁਸੀਂ 1 ਮਿੰਟ ਹੈ ਤੁਹਾਡੇ ਕੋਲ, ਕਿਰਪਾ ਕਰਕੇ 1 ਮਿੰਟ ਤੋਂ ਵੱਧ ਨਾ ਲਈਓ। ਅਰਸ਼ਪੀ ਖੜਿਆਲ, ਤੁਸੀਂ ਗੱਲ ਤੇ ਕਹਿੰਦੇ ਹੋ ਸਰਬ ਪਾਰਟੀ ਵਫਦ ਬੁਲਾ ਲਓ, ਕਦੇ ਕਰਪਸ਼ਨ ਤੇ ਕਿਹਾ ਸਰਬ ਪਾਰਟੀ ਵਫਦ ਬੁਲਾਈਏ ਆਪਾਂ, ਸਰਬ ਪਾਰਟੀ ਬੈਠਕ ਬੁਲਾਈਏ ਕਦੇ? ਬਿਲਕੁਲ ਕਿਹਾ। ਦੂਜੀ ਗੱਲ ਕਦੋਂ ਕਿਹਾ ਖੜਿਆਲ ਸਾਹਿਬ? ਮੈਨੂੰ ਤਾਂ ਮੇਰੇ ਜਾਣ ਤੱਕ ਕੋਈ ਨਹੀਂ ਇਹੋ ਜੀ ਤਸਵੀਰ ਹੈਗੀ ਕਿ ਕਰਪਸ਼ਨ ਦੇ ਖਿਲਾਫ ਸਰਬ ਪਾਰਟੀ ਬੈਠਕ ਦੀ ਗੱਲ ਕੀਤੀ ਹੋਵੇ ਕਦੇ ਕਿਸੇ ਨੇ। ਬੜੀ ਬਹੁਤ ਵਾਰੀ ਕੀਤੀ ਹੈ, ਬੜੇ ਲੀਡਰਸ ਨੇ ਕੀਤੀ ਹੈ। ਦੂਜੀ ਗੱਲ, ਜਿਹੜਾ ਸੈਕਸ਼ਨ 7 ਤੇ ਸੈਕਸ਼ਨ 8 ਦੀ ਆਮ ਆਦਮੀ ਪਾਰਟੀ ਨੇ ਸੈਕਸ਼ਨ 7 ਤੇ 8 ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਲਾਇਆ। ਨੰਬਰ 1, ਸੈਕਸ਼ਨ 7 ਲਾਉਣਾ ਬਣਦਾ ਹੀ ਨਹੀਂ, ਬਿਕੋਜ਼ ਮਿਨਿਸਟਰ ਇੱਕ ਪਬਲਿਕ ਸਰਵੈਂਟ ਨਹੀਂ ਹੁੰਦਾ। ਪਬਲਿਕ ਸਰਵੈਂਟ ਦੇ ਵਿੱਚ ਕਾਊਂਟ ਹੀ ਨਹੀਂ ਹੋ ਸਕਦਾ ਮਿਨਿਸਟਰ, ਚੀਫ ਮਿਨਿਸਟਰ, MLAs, ਲੀਡਰਸ, ਦੇ ਨਾਟ ਪਬਲਿਕ ਸਰਵੈਂਟਸ, ਦੂਜੀ ਕੈਟਾਗਰੀ ਦੇ ਵਿੱਚ ਫਾਲ ਕਰਦੇ ਅਕੋਰਡਿੰਗ ਟੂ ਲਾਅ ਆਫ ਦ ਲੈਂਡ। ਦੂਜਾ ਜਿਹੜਾ ਇਹਨਾਂ ਨੇ ਸੈਕਸ਼ਨ 8 ਲਾਇਆ, ਇਹਦੇ ਵਿੱਚ KP ਜੀ ਇਹ ਲਿਖਿਆ ਵੀ ਪਬਲਿਕ ਸਰਵੈਂਟ, ਸੈਕਸ਼ਨ 8 ਉੱਥੇ ਲੱਗਦਾ ਜਿੱਥੇ ਕਰਪਸ਼ਨ ਲਈ ਜਾਵੇ ਟੂ ਇਨਫਲੂਐਂਸ ਅ ਪਬਲਿਕ ਸਰਵੈਂਟ। ਚਾਂਦੀ ਸਾਹਿਬ, ਮੈਨੂੰ ਮੇਰੇ ਛੋਟੇ ਭਰਾ ਤੇ ਛੋਟੇ ਵੀਰ ਤਾਂ ਹੈਗੀ ਹੈ, ਲੇਕਿਨ ਮੈਨੂੰ ਲੱਗਦਾ ਤਜਰਬਾ ਇਹਨਾਂ ਨੂੰ ਵਧਾਉਣ ਦੀ ਲੋੜ ਹੈ। ਇਹ 8 ਕਿਹੜੇ ਪਬਲਿਕ ਸਰਵੈਂਟ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ? ਚਾਂਦੀ ਸਾਹਿਬ, ਮੈਨੂੰ ਮਾੜਾ ਇਹ ਦੱਸ ਦਿਓ ਕਿ ਪਬਲਿਕ ਸਰਵੈਂਟ ਕੌਣ ਹੈ ਜਿਹਨੇ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਆ ਸੈਕਸ਼ਨ ਲੱਗਿਆ। ਦੂਜਾ, ਇਹ ਜਿਹੜਾ ਕੰਪਲੇਨੈਂਟ ਹੈ ਰਜਿੰਦਰ ਸਿੰਘ, ਇਹ ਕੰਪਲੇਨੈਂਟ ਹੈ ਕੌਣ ਤੇ ਇਹਦਾ ਸਟੇਕ ਕੀ ਹੈ? ਬਿਕੋਜ਼ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਕਿਸੇ ਨੂੰ ਦੱਸਿਆ ਹੀ ਨਹੀਂ, ਤੇ ਫਿਰ ਇਹ ਕੰਪਲੇਨੈਂਟ ਭਗਵੰਤ ਮਾਨ ਸਾਹਿਬ ਤੇ ਬਿਆਨ ਤੋਂ ਪਹਿਲਾਂ ਹੀ ਕੰਪਲੇਂਟ ਕਿਵੇਂ ਕਰੀ ਬੈਠਾ ਸੀ? FIR ਨਹੀਂ, ਉਸ SC ਨੇ, ਨਿਗਰਾਨ ਇੰਜੀਨੀਅਰ ਨੇ ਕੰਪਲੇਂਟ ਕੀਤੀ ਹੈ, ਮੁੱਖ ਮੰਤਰੀ ਤੱਕ ਪਹੁੰਚ ਕੀਤੀ ਹੈ। ਇਹ ਸਾਰਾ ਪੂਰਾ ਮਾਮਲਾ ਸਾਨੂੰ ਦੇਖਣਾ ਚਾਹੀਦਾ ਹੈ। ਅਰਸ਼ਪੀ ਖੜਿਆਲ, ਮੇਰਾ ਸਵਾਲ ਹੋਰ ਵੀ ਹੈ, ਤੁਸੀਂ ਧਾਰਾ 7 ਤੇ 8 ਦੀ ਗੱਲ ਕੀਤੀ ਹੈ, ਤੁਸੀਂ ਧਾਰਾ 7 ਤੇ 8 ਗੱਲ ਕੀਤੀ ਹੈ, ਧਾਰਾ 13 ਤੇ 15 ਵੀ ਇਹਦੇ ਵਿੱਚ ਆ ਸਕਦੀਆਂ ਜਾਂ ਨਹੀਂ ਮਿਸਟਰ ਖੜਿਆਲ? ਦੇਖੋ, ਅਗੇਨ ਇਹ ਤਾਂ ਪੁਲਿਸ ਤੇ ਹੈ, ਉਹਨੂੰ ਤਾਂ ਬਹੁਤ ਕੁਝ ਆ ਸਕਦਾ ਹੈ। ਇਹ ਲੀਨੀਅੰਟ ਧਾਰਾ ਹੈ, ਇਹ ਧਾਰਾਵਾਂ ਬਹੁਤ ਲੀਨੀਅੰਟ ਨੇ, ਦੇ ਸ਼ੁਡ ਹੈਵ ਬੀਨ ਹਾਰਡਰ ਐਂਡ ਸਟ੍ਰਿਕਟਰ ਸੈਕਸ਼ਨਸ। ਲੇਕਿਨ
ਦੇਖੋ 24 ਦਿਨ ਜਿਹੜੀ ਹੈ ਭਗਵੰਤ ਮਾਨ ਸਾਹਿਬ ਕਹਿੰਦੇ 10 ਦਿਨ ਪਹਿਲਾਂ ਇਹ ਚੀਜ਼ ਹੋਈ, ਇਹ ਇਨਸੀਡੈਂਟ ਰਿਵੀਲ ਹੋਇਆ, ਰੈਵਲੇਸ਼ਨ ਹੋਈ। 24 ਦਿਨ ਲਗਾਤਾਰ ਅਕਰੈਂਸ ਹੁੰਦੀ ਰਹੀ, 24 ਦਿਨ। ਤੇ ਚਾਂਦੀ ਸਾਹਿਬ ਇਹਦਾ ਜ਼ਿਕਰ ਕੌਣ ਕਰੂਗਾ? ਖੜਿਆਲ ਸਾਹਿਬ ਇੱਕ ਆਖਰੀ ਸਵਾਲ ਦਿਓ, ਖੜਿਆਲ ਸਾਹਿਬ ਇੱਕ ਆਖਰੀ ਸਵਾਲ ਜਵਾਬ ਦਿਓ, ਫਿਰ ਤੁਸੀਂ 1 ਮਿੰਟ ਤੋਂ ਵੱਧ ਲੈ ਗਏ ਹੋ। ਖੜਿਆਲ ਸਾਹਿਬ ਮੇਰਾ ਇੱਕ ਆਖਰੀ ਸਵਾਲ ਜਵਾਬ ਦਿਓ, ਮੇਰਾ ਇੱਕ ਆਖਰੀ ਸਵਾਲ ਦਾ ਜਵਾਬ ਦਿਓ ਖੜਿਆਲ ਸਾਹਿਬ। ਇਸ ਪੂਰੇ ਮਾਮਲੇ ਵਿੱਚ ਸਜ਼ਾ ਕਿੰਨੀ ਬਣਦੀ ਜਿਹੜੀਆਂ ਧਾਰਾਵਾਂ ਲੱਗੀਆਂ ਹੋਈਆਂ? ਇਹ ਤਾਂ ਸਜ਼ਾ ਬਹੁਤ ਲੀਨੈਂਟ ਹੈ। ਜਿਹੜਾ ਸੈਕਸ਼ਨ 8 ਹੈ ਇਹਦੇ ਵਿੱਚ ਐਕਸਟੈਂਡ ਹੋ ਸਕਦਾ ਟੂ 5 ਇਅਰਸ। ਐਕਸਟੈਂਡ ਦਾ ਮਤਲਬ ਇਹ ਹੈ ਕਿ 1 ਸਾਲ ਵੀ ਹੋ ਸਕਦੀ ਹੈ, 6 ਮਹੀਨੇ ਵੀ ਹੋ ਸਕਦੀ ਹੈ, ਉਹ ਤੋਂ ਵੀ ਘੱਟ ਹੋ ਸਕਦੀ ਹੈ। ਸੋ ਦੇਅਰਫੋਰ ਮੈਂ ਤਾਂ ਹੀ ਕਹਿ ਰਿਹਾ ਕਿ ਬਹੁਤ ਲੀਨੈਂਟ ਜਿਹੜੀ ਠੀਕ ਉਹ ਸਟ੍ਰਿਕਟਰ ਸੈਕਸ਼ਨ ਇਹਨਾਂ ਨੂੰ ਲਾਉਣੇ ਚਾਹੀਦੇ ਸੀ, ਬਟ ਇਹਨਾਂ ਨੇ ਲਾਏ। ਠੀਕ ਡਾਟਾ ਕਰਕੇ ਇੱਕ ਆਖਰੀ ਕਮੈਂਟ ਤੁਹਾਡਾ ਚਾਹੀਦਾ। ਡਾਟਾ ਕਰਕੇ ਸਖਤ ਧਾਰਾਵਾਂ ਨਹੀਂ ਗਈਆਂ, ਉਹ ਵਿਰੋਧੀ ਧਿਰਾਂ ਇਹ ਸਵਾਲ ਚੁੱਕਦੀਆਂ ਪਈਆਂ, ਉਹ ਕਾਨੂੰਨ ਦੇ ਜਾਣਕਾਰ ਵੀ ਹੈਗੇ ਨਾਲ। ਡਾਟਾ ਕਰ ਤੁਹਾਨੂੰ ਇਹ ਲੱਗਦਾ ਕਿ ਹੋਰ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ? ਦੇਖੋ ਸਖਤ ਐਕਸ਼ਨ ਤਾਂ ਲੈਣਾ ਚਾਹੀਦਾ ਸੀ। ਖੜਿਆਲ ਸਾਹਿਬ ਨੇ ਕਿਹਾ ਇਹ ਲੀਗਲ ਡਿਮਿਨਰੀ ਨੇ, ਇਹਨਾਂ ਨੂੰ ਜ਼ਿਆਦਾ ਪਤਾ ਹੈ। ਪਰ ਇੱਕ ਗੱਲ ਪੱਕੀ ਹੈ ਵੀ ਜਿਹੜੀ ਪੁਲਿਸ ਧਾਰਾਵਾਂ ਲਾਉਂਦੀ ਹੈ ਤੇ ਜਿਹੜਾ ਰਿਕਵਰੀਆਂ ਕਰਦੀ ਹੈ ਉਹਦਾ ਆਪਾਂ ਨੂੰ ਪਤਾ ਹੀ ਹੈ। ਪਿੱਛੇ ਹੋਇਆ ਵੀ 5 ਕਿਲੋ ਰੇਤਾ ਫੜਿਆ ਗਿਆ, ਇੱਕ ਸ਼ਾਇਦ ਕਹੀ ਕਿ ਉਹ ਦਾਤੀ ਫੜੀ ਗਈ ਹੈ, ਉਹਦੇ ਉੱਤੇ ਕਹੀ ਜੀ ਉਹ ਆਪਣੀ ਜ਼ਮੀਨ ਚੋਂ ਨਜਾਇਜ਼ ਖਨਨ ਕਰ ਰਿਹਾ ਸੀ। ਇਹ ਹਾਸੇ ਦੀ ਗੱਲ ਹੈ। ਰੇਤਾ ਕਦੇ ਕਿਦੋਂ ਚ ਵੇਚ ਕੇ ਵੇਚਦਾ, ਉਹ ਪੀਪੇ ਭਰ ਕੇ ਵੇਚਦੇ ਜਾਂ 22 ਫੁੱਟ ਵਿਕਦਾ ਵੀ ਇੰਨੇ ਫੁੱਟ ਹੋਇਆ ਇੰਨੇ ਫੁੱਟ। ਜਿਹੜੀ ਚੀਜ਼ ਦੀ ਮੇਜਰਮੈਂਟ ਹੀ ਉਹ ਨਹੀਂ ਹੈ, ਉਹੀ ਮੇਜਰਮੈਂਟ ਆ। ਏਦਾਂ ਇੱਕ ਵਾਰੀ ਭਾਰਤ ਦੇ ਵਿੱਚ ਮੰਤਰੀ ਨੇ ਕਹਿਤਾ ਸੀ ਵੀ ਇੱਕ ਇਹ ਅਸੀਂ ਰੁਪਈਆ ਵਧਾਇਆ ਪ੍ਰਤੀ ਕਿਲੋ ਰੇਹ ਦਾ। ਉਹਨੂੰ ਪੁੱਛੋ ਵੀ ਖਾਦ ਕਦੇ ਪ੍ਰਤੀ ਕਿਲੋ ਵਿਕਦੀ ਹੈ? ਖਾਦ ਤਾਂ ਬੋਰੇ ਦੇ ਹਿਸਾਬ ਨਾਲ ਵਿਕਦੀ ਹੈ। ਸੋ ਇਸ ਕਰਕੇ ਕੁਝ ਗੱਲਾਂ ਅਸੀਂ ਇਹੋ ਜਿਹੀਆਂ ਕਰਦੇ ਹਾਂ ਜਿਹੜੀਆਂ ਹਾਸੇ ਵੀ ਨਹੀਂ ਆਉਂਦੀਆਂ ਨੇ। ਪੁਲਿਸ ਇਹ ਆਮ ਹੀ ਕਰਦੀ ਹੈ। ਪੁਲਿਸ ਨੇ ਧਾਰਾਂ ਧੂਰਾਂ ਜਿਹੜੀਆਂ ਨਹੀਂ ਡਾਈਆਂ। ਇੱਕ ਗੱਲ ਹੈਗੀ ਆ, ਖੜਿਆਲ ਸਾਹਿਬ ਬੜੇ ਕਾਨੂੰਨ ਨੂੰ ਜਾਣਦੇ ਨੇ ਵੀ ਪੁਲਿਸ ਹਮੇਸ਼ਾ ਹੀ ਧਾਰਾ ਜੋੜ ਵੀ ਸਕਦੀ ਹੈ, ਐਡੀਸ਼ਨਲ ਵੀ ਫਾਈਲ ਕਰ ਸਕਦੀ। ਇਵਨ ਕੋਰਟ 'ਚ ਚਲਾਨ ਦੇਣ ਤੋਂ ਬਾਅਦ ਵੀ ਉਹ ਦੁਬਾਰਾ ਐਡੀਸ਼ਨਲ ਚਲਾਨ ਜਿਹੜਾ ਹੈ ਉਹ ਦੇ ਸਕਦੀ ਹੈ। ਤੇ ਉਹਦੇ ਵਿੱਚ ਜਿਵੇਂ ਖੜਿਆਲ ਸਾਹਿਬ ਨੇ ਕਿਹਾ, ਮੇਰੀ ਵੀ ਸਮਝ ਇਹੀ ਬਣਦੀ ਹੈ ਵੀ ਇਹ ਜ਼ਰੂਰ ਸਖਤੀ ਦੀਆਂ ਧਾਰਾ ਲੱਗਣੀਆਂ ਚਾਹੀਦੀਆਂ ਨੇ, ਤਾਂ ਕਿ ਜਿਹਦੇ ਵਿੱਚ ਉਹ ਕਿਉਂਕਿ ਮੰਤਰੀ ਹੈ, ਮੰਤਰੀ ਕੋਲ ਇਹ ਜਿਹਾ ਨਹੀਂ ਹੋਣਾ ਚਾਹੀਦਾ ਸੀ। ਇਹ ਸਖਤ ਹੋਣੀਆਂ ਚਾਹੀਦੀਆਂ ਨੇ। ਉਹ ਦੇਖਣਾ ਚਾਹੀਦਾ, ਸਰਕਾਰ ਨੂੰ ਦੇਖ ਸਕਦੀ। ਮੈਂ ਕਹਣਾ ਕਹਾਂ ਵੀ ਜ਼ਰੂਰ ਦੇਖ ਲੇਗੀ। ਰਮਨ ਚਾਂਦੀ, ਧਾਰਾਵਾਂ ਸਖਤ ਹੋਣਗੀਆਂ ਰਮਨ ਚਾਂਦੀ? ਬਿਲਕੁਲ ਜੀ ਬਿਲਕੁਲ। ਕੋਈ ਅਜਿਹੀ ਗੱਲ ਨਹੀਂ ਹੈ ਕਿ ਅਜਿਹੇ ਭ੍ਰਿਸ਼ਟਾਚਾਰੀ ਇਨਸਾਨ ਨੂੰ ਚਾਹੇ ਕੋਈ ਵੀ ਹੋਵੇ ਉਹਨੂੰ ਲਾਈਟਲੀ ਨਹੀਂ ਛੱਡਿਆ ਜਾਏਗਾ। ਜੇਕਰ ਕੋਈ ਨਾ ਕੋਈ ਕਮੀ ਰਹਿੰਦੀ ਹੋਏਗੀ ਉਹ ਵੀ ਦੇਖ ਲਈ ਜਾਏਗੀ। ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੂਰੇ ਨਿਰਦੇਸ਼ ਦਿੱਤੇ ਜਾਣਗੇ। ਕੋਈ ਨਹੀਂ, ਇਹ ਤਾਂ ਮੁੱਖ ਮੰਤਰੀ ਸਾਹਿਬ ਦਾ ਆਦੇਸ਼ ਹੈ ਰਮਨ ਚਾਂਦੀ। ਹਜੇ ਵੀ ਲੀਨੀਅਟ ਆਪਾਂ, ਮੁੱਖ ਮੰਤਰੀ ਸਾਹਿਬ ਦਾ ਆਦੇਸ਼ ਹੈ, ਹਜੇ ਵੀ ਲੀਨੀਅਟ ਹੈ। ਮੈਂ ਕਿਹਾ ਜੀ ਮੁੱਖ ਮੰਤਰੀ ਦਾ ਆਦੇਸ਼ ਹੈ, ਸਾਰਾ ਕੁਝ ਹੋ ਜਾਏਗਾ। ਤੁਸੀਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਹੋ ਜਾਣਾ ਸਾਰਾ ਕੁਝ। ਚਲੋ ਕੇਪੀ ਜੀ ਮੈਂ ਦੱਸਦਾ, ਪੁਲਿਸ ਨਹੀਂ ਲਾਊਗੀ। ਕੇਪੀ ਜੀ ਮੈਂ ਸਿਰਫ ਕੋਰਟ ਦੇ ਵਿੱਚ ਜਾ ਕੇ ਸੈਕਸ਼ਨ ਜੀ ਮੈਂ ਕੁਝ ਕਹਿਣਾ ਚਾਹੁੰਦਾ। ਸਟ੍ਰਿਕਟਰ ਸੈਕਸ਼ਨ ਜਿਹੜੇ ਹੈ ਕੋਰਟ ਜ਼ਰੂਰ ਲਾਊਗੀ, ਬਿਕੋਜ਼ ਆਫੈਂਸ ਜਿਹੜਾ ਵੱਡਾ ਹੈ। ਪੁਲਿਸ ਨਹੀਂ ਲਾਊਗੀ ਬਿਕੋਜ਼ ਪੁਲਿਸ ਕਮਸ ਅੰਡਰ ਗਵਰਨਮੈਂਟ। ਚਲੋ ਹਾਂ ਕਰਨਾ ਸਾਹਿਬ ਫਟਾਫਟ ਬੋਲੋ ਪਲੀਜ਼। ਕੇਪੀ ਜੀ ਮੈਂ ਬਸ ਇੰਨਾ ਕਹਿਣਾ ਚਾਹਨਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਡਿਬੇਟ ਦੇ ਵਿੱਚ ਉਹ ਚਾਰਜਸ ਦੇ ਬਾਰੇ ਬਹੁਤ ਵਿਸਤਾਰ ਦੇ ਵਿੱਚ ਗੱਲ ਹੋਈ, ਕਿਉਂਕਿ ਮੈਂ ਸਭ ਤੋਂ ਪਹਿਲੇ ਇਹੋ ਹੀ ਕਿਹਾ ਸੀਗਾ ਕਿ ਇਹ ਕਿੰਨੇ ਸੀਰੀਅਸ ਨੇ ਇਸ ਮਾਮਲੇ ਦੇ ਵਿੱਚ। ਇਹ ਤੇ ਪੁਲਿਸ ਦੀ ਚਾਰਜ ਸ਼ੀਟ ਤੋਂ ਪਤਾ ਲੱਗੇਗਾ ਕਿ ਕੀ ਇਹ ਸਜ਼ਾ ਨੂੰ ਅਖੀਰ ਤੱਕ ਲੈ ਕੇ ਜਾਂਦੇ ਵੀ ਨੇ ਕਿ ਸਿਰਫ ਇੱਕ ਮੀਡੀਆ ਸਰਕਸ ਹੈ। ਹੁਣ ਤੇ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਸਿਰਫ ਮੀਡੀਆ ਸਰਕਸ ਹੈ ਤੇ ਇਹ ਲੋਕਾਂ ਦੀ ਅਟੈਂਸ਼ਨ ਨੂੰ ਡਾਇਵਰਟ ਕਰਨ ਦੇ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਹੈ ਤੇ ਉਹਨੂੰ ਸਿੰਗਲਾ ਨੂੰ ਇਹਨਾਂ ਨੇ ਸਕੇਪਗੋਟ ਬਣਾਤਾ ਇਹਦੇ। ਚਲੋ ਕਰਨਲ ਜੈਬੰਦ ਸਿੰਘ ਜੀ, ਇੱਥੇ ਸਰਕਸ ਨਹੀਂ ਹੋਊਗੀ, ਇੱਥੇ ਸਵਾਲ ਕੀਤੇ ਜਾਣਗੇ। ਬਹੁਤ ਧੰਨਵਾਦ ਤੁਹਾਡਾ ਕਰਨਲ ਜੈਬੰਦ ਸਿੰਘ। ਮਿਸਟਰ ਖੜਿਆਲ ਤੁਹਾਡਾ ਬਹੁਤ ਧੰਨਵਾਦ। ਰਮਨ ਚਾਂਦੀ ਤੁਹਾਡਾ ਬਹੁਤ ਧੰਨਵਾਦ। ਡਾਕਟਰ ਪਹਿਲਾ ਕਰਕੇ ਤੁਹਾਡਾ ਬਹੁਤ ਧੰਨਵਾਦ। ਇਹ ਤਫਤੀਸ਼ੀ ਫਾਰਮ ਹੈ, ਇਹ FIR ਦੀ ਕਾਪੀ ਹੈ, ਸਾਰੇ ਪੜ੍ਹ ਲਿਓ ਚੰਗੀ ਤਰ੍ਹਾਂ। ਪਰ ਕੇਸ ਅਦਾਲਤ ਵਿੱਚ ਕਿੱਥੇ ਜਾ ਕੇ ਖੜੂਗਾ? ਜਿਹਨੂੰ ਮੀਡੀਆ ਸਰਕਸ ਮਿਸਟਰ ਜੈਬੰਦ ਕਹਿ ਰਹੇ ਆ, ਉਹ ਮੀਡੀਆ ਸਰਕਸ ਵਾਲੇ ਜਿਹੜਾ ਕਰਨਲ ਜੈਬੰਦ ਸਿੰਘ ਨੂੰ ਬੜਾ ਗੌਰ ਨਾਲ ਸੁਣ, ਕਿਉਂਕਿ ਮੀਡੀਆ ਸਰਕਸ ਹੀ ਨਾ ਬਣ ਕੇ ਰਹਿ ਜਾਵੇ। ਇਸ ਕੇਸ ਦੇ ਪਿੱਛੇ ਕੀ ਅੱਗੇ ਕੀ ਹੈ ਉਹ ਸਭ ਨੂੰ ਖੰਗਾਲਣ ਦੀ ਜ਼ਰੂਰਤ ਹੈਗੀ ਹੈ। ਡਾਕਟਰ ਵਿਜੇ ਸਿੰਗਲਾ, ਡਾਕਟਰ ਸ਼ਬਦ ਨਾਲ ਲੱਗਦਾ ਤੇ ਡਾਕਟਰ ਨੂੰ ਭਗਵਾਨ ਦਾ ਰੂਪ ਕਿਹਾ ਜਾਂਦਾ। ਤੇ ਇਸ ਧਰਤੀ ਤੇ ਖੜੇ ਹੋ ਕੇ ਜੇ ਸਵਾਲ ਡਾਕਟਰ ਤੇ ਉੱਠਦੇ ਪਏ ਆ ਤਾਂ ਮੈਨੂੰ ਚਿੰਤਾ ਕਰਨੀ ਚਾਹੀਦੀ ਹੈ। ਮੈਂ ਚਿੰਤਾ ਕਰ ਰਿਹਾ, ਤੁਸੀਂ ਵੀ ਚਿੰਤਤ ਹੋਵੋਗੇ, ਕਿਉਂਕਿ ਤੁਹਾਡੀ ਸਿਹਤ ਦੇ ਨਾਲ ਕਿਸੇ ਖਿਲਵਾੜ ਕਰਪਸ਼ਨ ਦੇ ਵਿੱਚ ਹੋ ਰਿਹਾ ਤਾਂ ਫਿਰ ਤੁਹਾਡੀ ਸਿਹਤ ਹੈ ਜਿਹੜੀ ਨਿਰੋਗ ਨਹੀਂ ਰਹਿ ਸਕਦੀ। ਤੁਸੀਂ ਵੀ ਰੋਗੀ ਹੋ, ਰੋਗ ਤਾਂ ਡਾਕਟਰ ਸਾਹਿਬ ਨੂੰ ਲੱਗ ਗਿਆ, ਉਹਨਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ। ਬਹੁਤ ਧੰਨਵਾਦ।